ਵਾਹਿਗੁਰੂ 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 ਦਿਨ ਤੇ ਪੈਰ ਪੈਰ ਤੇ ਘੜੀਆਂ ਆਵ ਕਟੇ ਤਨ ਸਿਜੈ ਕਾਲ ਅਹੇਰੀ ਫਿਰੇ ਬਦਕ ਜੋ ਕਹੋ ਕਮਣ ਬਿਦ ਕੀਜੇ ਵਾਹਿਗੁਰੂ 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 ਦੁਰਮਤ ਭਾਗਹੀਨ ਮਤ ਫਿੱਕੇ ਨਾਮ ਸੁਨਤ ਆਵੇ ਮਨ ਰੋਹੇ ਕਊਆ ਕਾਗ ਕੋ ਅੰਮ੍ਰਿਤ ਰਸ ਪਿਆਈਏ ਤ੍ਰਿਪਤੇ ਬਿਸ਼ਟਾ ਖਾਏ ਮੁਖ ਗੋਏ ਵਾਹਿਗੁਰੂ ਵਾਹਿਗੁਰੂ ਤੂੰ ਮੇਰਾ ਪਿਤਾ ਤੂੰ ਹੈ ਮੇਰੀ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਆਪੋ ਕਿਹਾ ਕਾੜਾ ਜੀਓ ਵਾਹਿਗੁਰੂ ਵਾਹਿਗੁਰੂ ਅੱਜ ਗੁਰਮੁਖ ਪਿਆਰਿਓ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਮੁਖ ਪਿਆਰਿਓ ਅੱਜ ਸੈਚਰਡੇ ਦੀ ਦੀਵਾਨ ਦੇ ਵਿੱਚ ਆਪਾਂ ਸਾਰੇ ਹਾਜ਼ਰ ਹੋਏ ਹਾਂ। ਆ ਗੁਰਮੁਖ ਪਿਆਰਿਓ ਪਹਿਲਾਂ ਆਪਾਂ ਥੋੜ੍ਹਾ ਸਿਮਰਨ ਕਰਾਂਗੇ। ਆਪਣਾ ਜੀਵਨ ਸਫਲਾ ਕਰਨ ਲਈ ਸਿਮਰਨ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਜੋ ਆਪਾਂ ਸ਼ਬਦ ਵਿਚਾਰਦੇ ਸੀ ਪਿਛਲੀ ਵਾਰੀ ਉਹ ਪੂਰਾ ਸ਼ਬਦ ਹੈ ਜਿਹੜਾ ਵਿਚਾਰਾਂਗੇ। ਸ਼ਬਦ ਸਮਝਣ ਲਈ ਵੀ ਔਖਾ ਹੈ, ਸਮਝਾਉਣ ਲਈ ਵੀ ਔਖਾ ਹੈ, ਕਿਉਂਕਿ ਉਹਦੇ ਵਿੱਚੋਂ ਬਾਬਾ ਬੇਣੀ ਜੀ ਨੇ ਧੁਰ ਤੱਕ ਦਾ ਸ਼ਬਦ ਲਿਖਿਆ ਹੈ। ਜਦੋਂ ਸਿਮਰਨ ਤੋਂ ਬਾਅਦ ਜਿਹੜਾ ਪਿੰਗਲਾ ਸੁਖਮਨ ਤੋਂ ਸ਼ੁਰੂ ਹੁੰਦਾ ਹੈ ਅਤੇ ਮਾਲਕ ਦੇ ਘਰ ਤੱਕ ਉਹ ਸ਼ਬਦ ਹੈ। ਉਹਦੇ ਵਿੱਚ ਕੀ ਕੀ ਆਉਂਦਾ ਹੈ ਰਸਤੇ 'ਚ, ਉਹਨਾਂ ਨੇ ਸ਼ਬਦ ਦੇ ਵਿੱਚ ਜਿੱਥੋਂ ਤਾਣੀ ਉਹ ਗਏ ਨੇ, ਜਿੱਦਾਂ ਦਾ ਜਿਹੜਾ ਰਸਤਾ ਉਹਨਾਂ ਨੇ ਲਿਆ ਹੈ ਉਹਦਾ ਸਾਰਾ ਵਰਣਨ ਕੀਤਾ ਹੈ। ਹੁਣ ਉਹਦੇ ਵਿੱਚ ਇਹ ਨਹੀਂ ਵੀ ਆਪਾਂ ਵੀ ਉਸ ਰਸਤੇ ਉੱਥੋਂ ਤੱਕ ਪਹੁੰਚ ਗਏ ਹਾਂ ਜੀ, ਪਰ ਉਸ ਰਸਤੇ ਨੂੰ ਥੋੜ੍ਹਾ ਸਮਝ ਕੇ ਮਨ ਵਿੱਚ ਚਾਅ ਖੁਸ਼ੀ ਖੇੜਾ ਜ਼ਰੂਰ ਆਏਗਾ। ਆਪਾਂ ਵੀ ਸੁਣ ਕੇ ਹੋਰ ਜਿਹੜੀ ਮਿਹਨਤ ਜਿਹੜੀ ਕਰਾਂਗੇ, ਹੋਰ ਅੰਦਰੋਂ ਪਿਆਰ ਜਿਹੜਾ ਮਾਲਕ ਦੇ ਨਾਲ ਪਏਗਾ, ਸ਼ਬਦ ਨੂੰ ਸੁਣ ਕੇ ਚਾਅ ਪ੍ਰਗਟ ਹੋਏਗਾ। ਅਤੇ ਆਓ ਪਹਿਲਾਂ ਆਪਾਂ ਸਿਮਰਨ ਕਰ ਲਈਏ, ਫਿਰ ਆਪਾਂ ਸ਼ਬਦ ਦੀ ਜਿਹੜੀ ਵਿਚਾਰ ਕਰਾਂਗੇ। ਜਿਹੜਾ ਬਾਬਾ ਬੇਣੀ ਜੀ ਨੇ ਰਸਤਾ ਪਾਰ ਕੀਤਾ ਹੈ, ਕਿਸ ਤਰ੍ਹਾਂ ਕੀਤਾ ਹੈ, 10ਵੇਂ ਦਵਾਰ ਦੀ ਕਿਵੇਂ ਗੱਲ ਕੀਤੀ ਹੈ, ਕੀ ਕੀ ਹੈ ਉੱਥੇ, ਜਿਹੜੀ ਸਾਨੂੰ ਵਸਤ ਚਾਹੀਦੀ ਉਹ ਕਿੱਥੇ ਹੈ। ਅਤੇ ਆਓ ਆਪਾਂ ਪਹਿਲਾਂ ਸਿਮਰਨ ਕਰ ਲਈਏ, ਫਿਰ ਉਹ ਵਿਚਾਰਾਂ ਕਰਦੇ ਹਾਂ। ਕਰੋ ਜੀ ਕਿਰਪਾ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆ ਗੁਰਮੁਖੋ ਸ਼ਬਦ ਕਾਫੀ ਲੰਬਾ ਹੈ। ਨਾਲ ਨਾਲ ਆਪਾਂ ਬੇਨਤੀ ਕਰਨੀ ਸੱਚੇ ਪਾਤਸ਼ਾਹ ਅੱਗੇ ਕਿ ਵਾਹਿਗੁਰੂ ਜੀ ਸਾਨੂੰ ਵੀ ਇਹ ਰਸਤਾ ਜਿਹੜਾ ਦਿਖਾਉਣ, ਪਾਰ ਕਰਾਉਣ। ਆ ਪਹਿਲਾ ਇਹ ਸ਼ਬਦ ਹੈ ਜਿਹੜਾ
ਸ਼ੁਰੂ ਹੁੰਦਾ ਰਾਮਕਲੀ ਬਾਣੀ ਬੇਣੀ ਜੀਓ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਈੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਓ ਗੋ, ਚੰਦ ਨਹੀਂ ਉਹ ਹੋਰ ਸ਼ਬਦ, ਚੰਦ ਸੂਰਜ ਦੋਏ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਊਗਾ। ਇੱਥੇ ਵੀ ਈੜਾ ਪਿੰਗਲਾ ਸੁਖਮਨ ਦੀ ਗੱਲ ਕੀਤੀ ਹੈ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇੱਕ ਠਾਈ, ਬੇਣੀ ਸੰਗਮ ਤੇ ਪਰਾਗ ਹੈ, ਮਨ ਮਜਨ ਕਰੇ ਤਥਾਈ। ਆਪਣੇ ਅੰਦਰ ਗੁਰਮੁਖ ਪਿਆਰੇ ਤਿੰਨ ਨਾੜੀਆਂ ਨੇ, ਰੀੜ੍ਹ ਦੀ ਹੱਡੀ ਦੇ ਨਾਲ ਨਾਲ ਆਉਂਦੀਆਂ ਨੇ, ਇੱਦਾਂ ਆਣ ਕੇ ਇੱਥੇ ਇਕੱਠੀਆਂ ਹੁੰਦੀਆਂ ਨੇ ਇਸ ਜਗ੍ਹਾ 'ਤੇ। ਤੇ ਬਾਬਾ ਜੀ ਕਹਿ ਰਹੇ ਨੇ ਜਿੱਥੇ ਤਿੰਨ ਵਸਦੀਆਂ ਨੇ, ਆਪਾਂ ਨੂੰ ਬੁੱਝਣ ਨੂੰ ਵੀ ਕਿਹਾ ਕਿਉਂਕਿ ਸਤਿਗੁਰੂ ਜੀ ਇਹਦੇ ਉੱਪਰ ਨੇ। ਈੜਾ ਪਿੰਗਲਾ ਸੁਖਮਣਾ ਬੁੱਝੇ ਜਾਂ ਆਪੇ ਲੱਖ ਲਖਾਏ, ਨਾਨਕ ਤੇਹਾਂ ਤੇ ਉੱਪਰ ਸੱਚਾ ਸਤਿਗੁਰ ਸ਼ਬਦ ਸਮਾਏ। ਸ਼ਬਦ ਕਿਹੜਾ? ਨਾਮ, ਜਿਹਨੂੰ ਬੋਹਿਤ ਕਿਹਾ ਹੈ, ਸ਼ਬਦ ਕਿਹਾ ਹੈ, ਉੱਥੇ ਉਹ ਸ਼ਬਦ 'ਚ ਸਤਿਗੁਰੂ ਜੀ ਸਮਾ ਕੇ ਬੈਠੇ ਨੇ। ਤੇ ਬਾਬਾ ਜੀ ਕਹਿੰਦੇ ਨੇ ਪਹਿਲਾਂ ਸਿਮਰਨ ਕੀਤਾ ਹੋਏਗਾ, ਇਹਨਾਂ ਨੇ ਆਪਣੇ ਵਿਚਾਰਾਂ ਦੀ ਪਾਲ ਤੋੜੀ ਹੋਏਗੀ, ਕਿਉਂਕਿ ਆਪਾਂ ਨੂੰ ਦੱਸਦੇ ਵੀ ਨੇ, ਹਾਥ ਪੈਰ ਕਰ ਕਾਮ ਸਭ ਚੇਤਨ ਰੰਜਨ ਨਾਲ, ਮਨ ਮੇਰਾ ਗੱਜ ਜੀਭਾ ਮੇਰੀ ਕਾਤੀ, ਮੱਪ ਮੱਪ ਕਾਟੇ ਜਮ ਕੀ ਫਾਸੀ। ਠੀਕ ਹੈ ਨਾ। ਤੇ ਇੱਥੇ ਵੀ ਜਿਹੜਾ ਬਾਅਦ ਦਾ ਦੱਸ ਰਹੇ ਨੇ ਕਿ ਇੱਥੇ ਵਸਦੀਆਂ ਨੇ, ਕਹਿੰਦੇ ਬੇਣੀ ਸੰਗਮ ਤੇ ਪਰਾਗ ਹੈ, ਮਨ ਮਜਨ ਕਰੇ ਤਥਾਈ। ਜਿਵੇਂ ਤੁਸੀਂ ਵੇਖਦੇ ਹੋ ਇਲਾਹਾਬਾਦ ਦੇ ਵਿੱਚ ਜਿੱਥੇ ਦੋ ਮਿਲਦੀਆਂ ਨੇ ਉਹਨੂੰ ਪਰਾਗ ਕਹਿੰਦੇ ਨੇ, ਜਿੱਥੇ ਤਿੰਨ ਨਦੀਆਂ ਮਿਲਦੀਆਂ ਨੇ ਉਹਨੂੰ ਤ੍ਰਿਵੇਣੀ ਕਹਿੰਦੇ ਨੇ। ਤੇ ਲੋਕ ਉਹਨਾਂ ਨੂੰ ਪਵਿੱਤਰ ਜਗ੍ਹਾ ਸਮਝ ਕੇ ਉੱਥੇ ਇਸ਼ਨਾਨ ਕਰਦੇ ਨੇ। ਤੇ ਬਾਬਾ ਜੀ ਨੇ ਦੱਸਿਆ ਹੈ ਕਿ ਇਹ ਸਾਡੇ ਅੰਦਰ ਹੈ ਤਿੰਨੇ। ਜਿੱਥੇ ਮਨ ਨੇ ਇਸ਼ਨਾਨ ਕਰਨਾ ਹੈ, ਤਨ ਦਾ ਵੱਖਰੀ ਚੀਜ਼ ਹੈ, ਮਨ ਨੇ ਇਸ਼ਨਾਨ ਇੱਥੇ ਕਰਨਾ ਹੈ। ਠੀਕ ਹੈ ਨਾ। ਇੱਥੋਂ ਮਨ ਦਾ ਇਸ਼ਨਾਨ ਸ਼ੁਰੂ ਹੁੰਦਾ ਹੈ। ਫਿਰ ਅੱਗੇ ਕੀ ਦੱਸਦੇ ਨੇ, ਸੰਤੋ ਤਹਾਂ ਨਿਰੰਜਨ ਰਾਮ ਹੈ। ਤੇ ਉੱਥੋਂ ਹੀ, ਵੈਸੇ ਤਾਂ ਮਾਲਕ ਹਰ ਇੱਕ ਜਗ੍ਹਾ ਹੈ, ਪਰ ਜਿਹੜਾ ਰਸਤਾ ਅਸੀਂ ਪਾਰ ਕਰਨਾ ਸਾਨੂੰ ਅੰਤਰਗਤ ਦੀ ਜਾਣਾ ਪੈਣਾ ਹੈ। ਤੇ ਬਾਬਾ ਜੀ ਕਹਿੰਦੇ ਨੇ ਤਹਾਂ ਨਿਰੰਜਨ ਰਾਮ ਹੈ। ਉੱਥੋਂ ਜਿਹੜਾ ਪਰਮਾਤਮਾ ਦੀ ਉੱਥੋਂ ਸ਼ੁਰੂਆਤ ਹੋ ਜਾਂਦੀ, ਘਰ ਸ਼ੁਰੂ ਹੋ ਜਾਂਦਾ ਉਹਦਾ। ਤੇ ਉੱਥੇ ਜਦੋਂ ਆਪਾਂ ਜਾਵਾਂਗੇ, ਜਿਵੇਂ ਇਹ ਗਏ ਨੇ, ਅਸੀਂ ਵੀ ਇਹ ਚੀਜ਼ਾਂ ਉੱਥੇ ਵੇਖਾਂਗੇ। ਫਿਰ ਅੱਗੇ ਦੱਸਦੇ ਨੇ ਗੁਰਗਮ ਚੀਨੇ ਬਿਰਲਾ ਕੋਏ, ਕਿ ਇਹ ਜਿਹੜੀ ਚੀਜ਼ ਹੈ ਬਾਬਾ ਜੀ ਨੇ ਉੱਪਰ ਦੱਸੀ, ਕਹਿੰਦੇ ਕੋਈ ਵਿਰਲਾ ਹੀ ਗੁਰੂ ਦੀ ਸ਼ਰਨ 'ਚ ਜਾ ਕੇ ਸਿੱਖਦਾ ਹੈ। ਚੀਨੇ ਬਣਾਉਂਦਾ ਖੋਜਣਾ। ਗੁਰਗਮ ਚੀਨੇ ਬਿਰਲਾ ਕੋਏ, ਤਹਾਂ ਨਿਰੰਜਨ ਰਵਈਆ ਹੋਏ ਰਹਾਓ। ਵੀ ਜਿੱਥੇ ਮਾਲਕ ਦੀ ਸ਼ੁਰੂਆਤ ਹੁੰਦੀ ਹੈ, ਜਿੱਥੇ ਪੀੜਾ ਪਿੰਗਲਾ ਸੁਖਣਾ ਮਿਲਦੀਆਂ ਨੇ, ਜਿਹਨੂੰ ਬੈਣੀ ਦਾ ਤੇ ਤ੍ਰਿਵੇਣੀ ਦਾ ਪਰਾਗ ਦਾ ਨਾਂ ਦਿੱਤਾ ਹੈ, ਮਨ ਨੇ ਜਿੱਥੇ ਇਸ਼ਨਾਨ ਕਰਨਾ ਹੈ, ਬਾਬਾ ਜੀ ਕਹਿੰਦੇ ਕੋਈ ਵਿਰਲਾ ਹੀ ਬੰਦਾ ਹੈ ਜਿਹੜਾ ਸਾਧੂਆਂ ਦਾ ਸੰਗ ਕਰਕੇ, ਸੰਗਤ 'ਚ ਜਾ ਕੇ, ਉਸ ਸੰਗਤ 'ਚ ਜਾ ਕੇ, ਉਸ ਗੁਰਮੁਖਾਂ ਦਾ ਸੰਗ ਕਰਕੇ ਜਿਹੜਾ ਇਹ ਖੋਜਦਾ ਹੈ, ਉਹ ਕੋਈ ਵਿਰਲਾ ਹੀ ਗੁਰਮੁਖ ਹੈ। ਹੁਣ ਅੱਗੇ ਕੀ ਦੱਸ ਰਹੇ ਨੇ, ਰਹਾਉ ਤੋਂ ਬਾਅਦ ਆਉਂਦਾ, ਕਹਿੰਦੇ ਦੇਵ ਸਥਾਨੇ ਕਿਆ ਨਿਸ਼ਾਨੀ। ਵੇਖੋ ਅੱਗੇ ਬਾਬਾ ਜੀ ਇਹ ਦਸਮ ਦੁਆਰ ਦਾ ਹੀ ਆ, ਸਾਰਾ ਭੇਦ ਉਹਨਾਂ ਨੇ ਦਿੱਤਾ। ਉਹ ਕਹਿੰਦੇ ਵੀ ਦੇਵ ਸਥਾਨੇ ਵਿੱਚ ਜਿਹੜਾ ਦੇਵ ਲੋਕ ਹੈ ਉਹਦੀ ਕੀ ਨਿਸ਼ਾਨੀ ਹੈ। ਠੀਕ ਹੈ ਨਾ। ਕਹਿੰਦੇ ਆਪੇ ਜਵਾਬ ਦਿੰਦੇ ਨੇ, ਤਾਂ ਬਾਜੇ ਸ਼ਬਦ ਅਨਾਹਿਤ ਬਾਣੀ। ਵੀ ਉੱਥੇ ਅਨਹਦ ਬਾਣੀ ਵੱਜਦੀ ਹੈ। ਇੱਥੋਂ ਥੋੜ੍ਹਾ ਆਪਾਂ ਨੂੰ ਸਮਝ ਆਉਂਦੀ, ਅੱਗੇ ਵੀ ਸਮਝਦੇ ਰਹੇ, ਪਰ ਅਗਲਾ ਜਿਹੜਾ ਵਿੱਚ ਸ਼ਬਦ ਆਉਣਾ ਨਾ, ਉਹ ਥੋੜ੍ਹਾ ਜਿਹਾ ਸਮਝਣ ਨੂੰ ਔਖਾ ਲੱਗਣਾ ਹੈ। ਉੱਥੇ ਜਿਹੜਾ ਧਿਆਨ ਦੇ ਨਾਲ ਆਪਾਂ ਸੁਣਨਾ ਸਾਰਿਆਂ ਨੇ। ਕਹਿੰਦੇ ਵੀ ਉੱਥੇ ਨਾ ਚੰਦ ਆ, ਨਾ ਸੂਰਜ ਆ, ਨਾ ਪੌਣ ਆ, ਨਾ ਪਾਣੀ ਆ, ਬਿਲਕੁਲ ਉੱਥੋਂ ਖਤਮ ਹੈ। ਉਹਨੂੰ ਦੇਵਲੋਕ ਕਹਿੰਦੇ ਨੇ ਜਿੱਥੇ ਇਹ ਚੀਜ਼ ਹੈ ਨਹੀਂ। ਪੌਣ ਵੀ ਹੈ ਨਹੀਂ। ਠੀਕ ਹੈ ਨਾ। ਪੌਣ ਆਪਣੇ ਇਸ ਸਰੀਰ ਦਾ ਸਾਹ ਹੈ, ਆ ਜਿਹੜੀ ਇੱਥੇ ਹਵਾ ਵਗਦੀ ਹੈ, ਇੱਥੋਂ ਦਾ ਸਾਹ ਹੈ ਨਾ ਇਸ ਸਰੀਰ ਦਾ। ਪਰ ਉੱਥੇ ਜਿਹੜੇ ਸਾਡੀ ਬੋਡੀ ਹੈ ਅੰਦਰਲੀ, ਦੇਹੀ ਗੁਪਤ ਵਿਦੇਹੀ ਦਿਸੇ, ਉਹਨੂੰ ਉੱਥੇ ਉਸ ਇਸ ਹਵਾ ਦੀ ਲੋੜ ਉੱਥੇ ਨਹੀਂ ਪੈਂਦੀ। ਇਸ ਕਰਕੇ ਉੱਥੇ ਨਾ ਪੌਣ ਹੈ, ਨਾ ਪਾਣੀ ਹੈ, ਨਾ ਚੰਦ ਹੈ, ਨਾ ਸੂਰਜ ਹੈ। ਤਾਂ ਚੰਦ ਨਾ ਸੂਰਜ, ਨਾ ਪੌਣ, ਨਾ ਪਾਣੀ। ਤੇ ਬਾਜੇ ਸ਼ਬਦ ਅਨਾਹਿਤ ਬਾਣੀ। ਤੇ ਉਹ ਜਗ੍ਹਾ 'ਤੇ ਕੀ ਹੈ, ਅਨਹਦ ਬਾਣੀ ਆਪਣੇ ਆਪ ਜਿਹੜੀ ਵੱਜ ਰਹੀ ਹੈ। ਉੱਥੇ ਰੱਬੀ ਕੀਰਤਨ ਜਿਹੜਾ
ਸਹਿਜ ਸੁਭਾਈ ਆਪਣੇ ਆਪ ਹੋ ਰਿਹਾ। ਫਿਰ ਮਹਾਰਾਜ ਕਹਿੰਦੇ ਨੇ ਸਾਖੀ ਜਾਗੀ ਗੁਰਮੁਖ ਜਾਣੀ। ਜਿਹੜੇ ਆਪਾਂ ਸਾਖੀ ਜਾਗੀ ਕਿਹਨੂੰ ਕਹਿੰਦੇ ਆ, ਜਿਵੇਂ ਇੱਥੇ ਆਪਾਂ ਗੁਰਮੁਖਾਂ ਦਾ, ਸੰਤਾਂ ਦਾ, ਭਗਤਾਂ ਦਾ, ਗੁਰੂ ਸਾਹਿਬ ਦਾ ਸੰਗ ਕਰਦੇ ਹਾਂ, ਉੱਥੇ ਜਿਵੇਂ ਸਾਖੀਆਂ ਆਪਾਂ ਸੁਣਦੇ ਹਾਂ ਵੀ ਉੱਥੇ ਆਹ ਚੀਜ਼ ਹੈ, ਆਹ ਚੀਜ਼ ਹੈ। ਤੇ ਬਾਬਾ ਜੀ ਕਹਿੰਦੇ ਨੇ ਇਹ ਜਦੋਂ ਮੈਂ ਉਹ ਗੁਰੂ ਦਾ ਸੰਗ ਕੀਤਾ, ਜਿਹੜਾ ਉਹਨੇ ਗੁਰੂ ਨੇ ਸਾਖੀ ਸੀ, ਇਹ ਉੱਥੇ ਜਾ ਕੇ ਇਹ ਜਦੋਂ ਵੇਖੀ ਤੇ ਇਹ ਸੱਚੀ ਉਹੀ ਗੱਲ ਸੀ ਜੋ ਆਪਾਂ ਸੁਣਿਆ ਸੀ ਗੁਰੂ ਕੋਲੋਂ, ਜਿਵੇਂ ਆਪਾਂ ਵੀ ਗੁਰੂ ਕੋਲੋਂ ਸੁਣ ਰਹੇ ਹਾਂ। ਫਿਰ ਉਦੋਂ ਬਾਅਦ ਕਹਿੰਦੇ ਜਦੋਂ ਇੱਥੇ ਗਈ ਸੁਰਤ, ਫਿਰ ਕੀ ਹੋਇਆ, ਕਹਿੰਦੇ ਉਪਜੇ ਗਿਆਨ ਦੁਰਮਤ ਸੀਜੈ। ਉੱਥੇ ਬ੍ਰਹਮ ਗਿਆਨ ਪ੍ਰਗਟ ਹੋ ਗਿਆ। ਜਿਹੜੀ ਦੁਰਮਤ ਐਸ ਲੋਕ 'ਚ ਹੀ ਹੈ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਭੈੜੇ ਚੰਗੇ ਵਿਚਾਰ ਦੇਈ ਜਾਂਦੇ ਨੇ, ਆਪਾਂ ਭੈੜੇ ਚੰਗੇ ਕੰਮ ਕਰੀ ਜਾਂਦੇ ਹਾਂ, ਉਹ ਕਹਿੰਦੇ ਦੁਰਮਤ ਸੀਜੇ ਬਿਲਕੁਲ ਖਤਮ ਹੋ ਗਈ। ਤੇ ਕੀ ਹੋਇਆ, ਬ੍ਰਹਮ ਗਿਆਨ ਪ੍ਰਗਟ ਹੋ ਗਿਆ, ਉਪਜਿਆ ਗਿਆਨ। ਇੱਕ ਤਾਂ ਆਪਾਂ ਨੂੰ ਇੱਧਰਲੇ ਪਾਸੇ ਉੱਦਾਂ ਗਿਆਨ ਚਾਹੀਦਾ ਹੁੰਦਾ ਹੈ, ਜਿੰਨਾ ਗਿਆਨ ਲੈ ਕੇ ਅਸੀਂ ਜਪ ਕਰਕੇ ਇਹ 10ਵੇਂ ਦੁਆਰ 'ਚ ਜਾਈਏ। ਅੱਗੇ ਜਿਹੜਾ ਗਿਆਨ ਹੈ ਉਹ 10ਵੇਂ ਦੁਆਰ ਤੋਂ ਸ਼ੁਰੂ ਹੁੰਦਾ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨ। ਫਿਰ ਉੱਥੇ ਹੋਰ ਕੀ ਹੁੰਦਾ, ਕਹਿੰਦੇ ਅੰਮ੍ਰਿਤ ਰਸ ਗਗਨੰਤਰ ਭੀਜੇ। ਉੱਥੇ ਹੁਣ ਵਰਸ਼ਾ ਹੁੰਦੀ ਹੈ, ਚਮ ਚਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਇਹਦੀ ਖੁਰਾਕ ਵੀ ਹੈ ਉਹ, ਤੇ ਇਹ ਅੰਮ੍ਰਿਤ ਵਰਖਾ ਉੱਥੇ ਹੁੰਦੀ ਹੈ। ਕਈ ਗੁਰਮੁਖ ਸੁਨਾਮ ਹੀ ਭੇਜ ਕੇ ਪੁੱਛਦੇ ਨੇ ਕਿ ਇਸ ਤਰ੍ਹਾਂ ਲੱਗਦਾ ਜਿਵੇਂ ਮੀਂਹ ਪੈ ਰਿਹਾ, ਤੇ ਵੇਖ ਲਓ ਵੀ ਸੁਰਤੀ ਉਦੋਂ ਕਿੱਥੇ ਗਈ ਹੁੰਦੀ ਹੈ ਤੁਹਾਡੀ। ਕਹਿੰਦੇ ਇਸ ਕਲਾ ਕਾ ਜਾਣੇ ਭਿਓ, ਭੇਟੇ ਤਾਸ ਪਰਮ ਗੁਰਦੇਵ। ਵੀ ਜਿਹੜਾ ਇਸ ਕਲਾ ਦਾ, ਜਿਹੜੀ ਆਪਾਂ ਗੱਲ ਕਰਕੇ ਸੁਣ ਕੇ ਪੜ੍ਹ ਕੇ ਹਟੇ ਹਾਂ, ਵਿਚਾਰ ਕਰਕੇ ਹਟੇ, ਕਹਿੰਦੇ ਇਸ ਕਲਾ ਦਾ ਜਿਹਨੂੰ ਭੇਤ ਆ ਜਾਂਦਾ ਨਾ, ਇਸ ਕਲਾ ਜੋ ਜਾਣੇ ਭਿਓ, ਉਹ ਕੀ ਕਰਦਾ ਹੈ, ਭੇਟੇ ਤਾਸ ਪਰਮ ਗੁਰਦੇਵ, ਆਪਣੇ ਆਪ ਨੂੰ ਅਰਪਣ ਕਰ ਦਿੰਦਾ ਨਿਰੰਕਾਰ ਦੇ। ਤੇ ਇਹ ਮਿਲਦਾ ਤੇ ਉਹਨੂੰ ਹੀ ਹੈ ਜਿਹੜਾ ਆਪਣੇ ਆਪ ਅਰਪਣ ਕਰ ਦਿੰਦਾ ਹੈ। ਜਿੰਨਾ ਚਿਰ ਸਾਨੂੰ ਆਪ ਫਿਕਰ ਹੈ ਆਪਣੇ ਤਨ ਦਾ, ਆਪਣੇ ਇੱਧਰਲਾ ਪਰਿਵਾਰ ਦਾ, ਉਹਨਾਂ ਚਿਰ ਉਹ ਨਹੀਂ ਆਪਣਾ ਫਿਕਰ ਕਰਦਾ। ਜਦੋਂ ਆਪਾਂ ਛੱਡ ਦਿੰਦੇ ਹਾਂ ਫਿਰ ਉਹ ਫਿਕਰ ਕਰ ਲੈਂਦਾ। ਫਿਰ ਅੱਗੇ ਕੀ ਆਉਂਦਾ, ਕਹਿੰਦੇ 10ਵੇਂ ਦੁਆਰ ਦੀ ਫਿਰ ਗੱਲ ਦੱਸ ਰਹੇ ਨੇ। 10ਵਾਂ ਦੁਆਰ, ਇੱਕ ਤਾਂ ਦੁਆਰ ਲੱਗਾ ਹੈ ਇੱਥੇ ਸਾਡੇ ਨਾਲ, ਉਹ ਦੁਆਰ ਦੇ ਜੇ ਇੱਧਰਲੇ ਪਾਸੇ ਆ ਜਾਂਦੇ ਆ, ਦੁਨੀਆ ਇਹ ਵੀ ਖੁੱਲ੍ਹਾ ਹੀ ਹੈ, ਤੇ ਦੁਆਰ ਦੇ ਪਰਲੇ ਬੰਨੇ ਚੱਲ ਜਾਂਦੇ ਉਹ ਵੀ ਖੁੱਲ੍ਹਾ ਹੀ ਹੈ। ਤੇ ਮਹਾਰਾਜ ਦੱਸ ਰਹੇ ਨੇ, ਕਹਿੰਦੇ 10ਵਾਂ ਦੁਆਰਾ ਅਗਮ ਅਪਾਰ, ਅਗੰਮ ਪਰਮ ਪੁਰਖ ਕੀ ਘਾਟੀ। ਕਹਿੰਦੇ ਵੀ ਇੱਦਾਂ ਵੀ ਉਹਦਾ ਕੋਈ ਅੰਤ ਪਾਰ ਹੀ ਜਿਹੜਾ ਹੈ ਨਹੀਂ ਗਾ, ਜਦੋਂ ਅੱਗੇ ਲੰਘ ਜਾਂਦੇ ਆ ਖੁੱਲ੍ਹਾ ਹੀ ਹੈ। ਤੇ ਉੱਥੇ ਕਹਿੰਦੇ ਉੱਪਰ ਹਾਟ, ਹਾਟ ਪਰ ਆਲਾ, ਆਲੇ ਭੀਤਰ ਥਾਤੀ। ਇਹ ਕਈ ਇਹੋ ਜਿਹੇ ਸ਼ਬਦ ਜਿਹੜੇ ਔਖੇ ਲੱਗਣੇ ਆ ਆਪਾਂ ਨੂੰ। ਇਹਦਾ ਪਹਿਲਾਂ ਮੈਂ ਅਰਥ ਕਰਕੇ ਦੱਸ ਦਿਆਂ। ਕਹਿੰਦੇ ਉੱਪਰ ਇੱਕ ਹੱਟ ਹੈ, ਹੱਟ ਜਿਹੜੀ ਦੁਕਾਨ ਹੁੰਦੀ ਹੈ, ਸਟੋਰ ਹੁੰਦਾ ਜਿਸ 'ਚੋਂ ਆਪਾਂ ਸਮਾਨ ਖਰੀਦਦੇ ਹਾਂ। ਕਹਿੰਦੇ ਹਾਟ ਪਰ ਆਲਾ, ਉੱਥੇ ਕਾਲਾ ਹੈ। ਆਲੇ ਭੀਤਰ ਥਾਤੀ, ਥਾਤੀ ਹੁੰਦੀ ਹੈ ਵਸਤੂ, ਜਿਹੜਾ ਖਜ਼ਾਨਾ ਹੈ ਸਾਡਾ, ਜਿਹਨੂੰ ਆਪਾਂ ਖਜ਼ਾਨਾ, ਜਿਹੜਾ ਮਾਲਕ ਨੇ ਸਾਡੇ ਅੰਦਰ ਰੱਖਿਆ, ਉਹ ਖਜ਼ਾਨਾ ਉਹ ਆਲੇ ਦੇ ਥੱਲੇ ਵਾਲੇ ਪਾਸੇ ਆ। ਵੇਖੋ ਕਿੱਡੀ ਡੂੰਘੀ ਗੱਲ ਬਾਬਾ ਜੀ ਨੇ ਦੱਸੀ ਹੈ। ਇਹਦੇ ਆਪਾਂ, ਉਹਨਾਂ ਨੇ ਤਾਂ ਹੂਬਹੂ ਵੇਖ ਕੇ ਲਿਖ ਦਿੱਤਾ ਹੈ, ਆਪਾਂ ਸਮਝਦੇ ਹਾਂ, ਪਰ ਆਪਣੇ ਅੰਦਰ ਵੀ ਚਾਅ ਪ੍ਰਗਟ ਹੋਇਆ ਵੀ ਆਪਾਂ ਵੀ ਇਹ ਚੀਜ਼ ਜਾ ਕੇ ਵੇਖੀਏ। ਉੱਪਰ ਹਾਟ ਹੈ, ਹਾਟ ਕਿਹੜਾ ਹੈ, ਹੱਟ ਕਿਹੜਾ ਹੈ, ਜਿਹਨੂੰ ਕਹਿੰਦੇ ਨੇ ਹਰੀ ਦਾ ਹੱਟ, ਹਰਮੰਦਰ ਦਾ ਹੱਟ। ਤੇ ਉਹਦੇ ਵਿੱਚ ਕੀ ਹੈ, ਕਹਿੰਦੇ ਹਰਮੰਦਰ ਹਰ ਕਾ ਹਾਟ ਹੈ, ਵਿੱਚ ਰੱਖਿਆ ਸ਼ਬਦ ਸਵਾਰ, ਤਿਸ ਵਿੱਚ ਸੌਦਾ ਇੱਕ ਨਾਮ ਗੁਰਮੁਖ ਲੈਣ ਸਵਾਰ। ਇਹ ਹੱਟ ਹੈ, ਹਾਟ ਪਰ ਆਲਾ, ਠੀਕ ਹੈ ਨਾ। ਆਲਾ ਕੀ ਹੈ, ਜਿਹੜੇ ਹੁਣ ਤੇ ਆਲਾ ਕੋਈ ਰੱਖਦਾ ਨਹੀਂ ਆ, ਪੁਰਾਣੇ ਕੰਧਾਂ ਦੀਆਂ ਹੀ, ਜਿਹੜੇ ਮੇਰੀ ਉਮਰ ਦੇ ਨੇ, ਮੇਰੇ ਤੋਂ ਛੋਟੇ ਵੀ ਕਈ ਨੇ, ਉਹਨਾਂ ਨੂੰ ਪਤਾ। ਉਹਦੇ ਵਿੱਚ ਕਿਸ ਤਰ੍ਹਾਂ ਆਲਾ ਬਣਾਇਆ ਹੁੰਦਾ ਹੈ, ਉਹਦੇ ਵਿੱਚ ਰੱਖਿਆ ਹੁੰਦਾ ਹੈ ਦੀਵਾ। ਤੇ ਇੱਥੇ ਵੀ ਆਲੇ 'ਚ ਜੋਤ ਹੈ। ਸਾਮੈ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਾਮੈ ਪਰ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ।
ਹੁਣ ਉਹ ਆਲੇ 'ਚ ਜੋਤ ਆ, ਉਸ ਜੋਤ ਦੇ ਥੱਲੇ ਨਾਮ ਦਾ ਖਜ਼ਾਨਾ ਰੱਖਿਆ। ਵੇਖੋ ਇਹਦੇ ਆਪਾਂ ਵੇਖਦੇ ਹਾਂ ਵੀ ਕੋਈ ਘੱਟ ਹੀ ਅਰਥ ਕਰਦਾ ਹੈ ਆ ਜਿਹੜੇ ਜਦੋਂ ਆਪਾਂ ਕਥਾ ਸੁਣਦੇ ਵੱਡੇ ਵੱਡੇ ਪ੍ਰਚਾਰਕਾਂ ਦੀ। ਇਹਦੇ ਅਰਥ ਚਾਹ ਹੁੰਦਾ ਕਰਨ ਨੂੰ, ਗੁਰਮੁਖਾਂ ਨੂੰ ਜਿਹੜੇ ਆਪ ਮੈਡੀਟੇਸ਼ਨ ਕਰਦੇ ਨੇ, ਭਗਤੀ ਕਰਦੇ ਨੇ, ਉਹਨਾਂ ਨੂੰ ਸਮਝਣ ਦਾ ਵੀ ਚਾਹ ਹੁੰਦਾ ਤੇ ਉਹਨਾਂ ਨੂੰ ਦੂਜਿਆਂ ਨੂੰ ਦੱਸਣ ਦਾ ਵੀ ਚਾਹ ਹੁੰਦਾ। ਠੀਕ ਹੈ ਨਾ। ਹੁਣ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਉੱਪਰ ਆਪਾਂ ਹੁਣ ਸੁਣਿਆ ਹੈ ਵੀ ਇਹ ਮਿਲੂਗਾ ਕਿਹਨੂੰ, ਇਹ ਖਜ਼ਾਨਾ ਮਿਲੂ ਕਿਹਨੂੰ? ਕਹਿੰਦੇ ਜਾਗਤ ਰਹੇ ਸੋ ਕਬਹੂ ਨਾ ਸੋਵੇ। ਹੁਣ ਇਹ ਨਹੀਂ ਵੀ ਆਹ ਸਰੀਰ ਨੇ ਜਾਗਣਾ, ਇੱਥੇ ਦਾ ਮਤਲਬ ਹੈ ਸਾਡਾ ਮਨ ਸੁੱਤਾ ਹੋਇਆ। ਉਹ ਸੁੱਤਾ ਕਿਵੇਂ ਹੈ? ਜੀਵਨ ਆਪਾਂ ਨੂੰ ਮਿਲਿਆ ਲੇਕਿਨ ਮਨ ਸੁੱਤਾ ਹੈ। ਸੁੱਤਾ ਕਿਵੇਂ ਹੈ? ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਵਾਦ। ਇਹ ਪੰਜ ਮੇਨ ਗਿਆਨ ਇੰਦਰੀਆਂ ਵੀ ਨੇ। ਠੀਕ ਹੈ ਨਾ। ਪੰਜ ਮੇਨ ਨੇ ਗਿਆਨ ਇੰਦਰੀਆਂ। ਤੇ ਮਨ ਸੋਇਆ, ਮਾਇਆ ਬਿਸਮਾਦ, ਉਹ ਵਿਚਾਰਾਂ ਦੇ ਵਿੱਚ ਚੱਲੀ ਜਾਂਦਾ, ਉਸ ਮਾਇਆ ਦੇ ਵਿੱਚ ਸੌਂ ਗਿਆ। ਠੀਕ ਹੈ ਨਾ। ਹੁਣ ਜੇ ਇਹ ਇਸ ਤਰ੍ਹਾਂ ਸੁੱਤਾ ਹੈ ਤੇ ਇਹਨੂੰ ਇਹ ਚੀਜ਼ ਮਿਲਣੀ ਨਹੀਂ। ਤੇ ਮਹਾਰਾਜ ਕਹਿੰਦੇ ਨੇ ਜਾਗਤ ਰਹੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹੇ। ਹੁਣ ਜਾਗਣਾ ਕਿੰਨਾ ਹੈ? ਸਾਵਧਾਨ ਰਹਿਣਾ ਹੈ। ਅੱਖਾਂ ਨਾਲ ਮਾੜਾ ਵੇਖਦੀਆਂ ਨੇ ਤੇ ਮੋੜਨਾ ਹੈ, ਕੰਨ ਮਾੜਾ ਸੁਣਦੇ ਨੇ ਤੇ ਮੋੜਨਾ ਹੈ। ਆਹ ਸੁਗੰਧਾਂ ਲੈ ਕੇ ਉਹ ਜਾਂਦਾ ਹੈ ਉੱਧਰ ਨੂੰ ਵੀ ਮੈਂ ਵੀ ਇਹ ਛਕਾਂ, ਮਾੜਾ ਚੰਗਾ ਇਹਨੂੰ ਮੋੜਨਾ ਹੈ। ਆਹ ਰਸਨਾ ਹੈ, ਇਹਨੂੰ ਮਾੜੇ ਸ਼ਬਦ ਬੋਲਣ ਤੋਂ ਹਟਾਉਣਾ ਹੈ। ਤੇ ਕੀ ਬੋਲਣਾ ਹੈ? ਜੋ ਬੋਲੇ ਸੋ ਨਿਹਾਲ, ਪਰ ਕੀ ਬੋਲੇ ਉਹ ਨਿਹਾਲ ਕਿਵੇਂ ਹੋਵੇ? ਕਿਹੜੀ ਚੀਜ਼ ਬੋਲੇ ਕੋ ਨਿਹਾਲ ਹੋ ਜਾਵੇ? ਤੇ ਜੇ ਆਪਾਂ ਵਾਹਿਗੁਰੂ ਵਾਹਿਗੁਰੂ ਬੋਲਦੇ ਹਾਂ, ਨਿਹਾਲ ਹੋ ਜਾਂਦੇ ਉਦੋਂ ਜਦੋਂ ਸਾਨੂੰ ਸਾਡਾ ਖਜ਼ਾਨਾ ਮਿਲਦਾ। ਠੀਕ ਹੈ ਨਾ। ਇਸ ਕਰਕੇ ਇਹਨਾਂ ਨੂੰ ਸਮਝਾ ਕੇ ਰੱਖਣਾ ਹੈ। ਇਹਦਾ ਮਤਲਬ ਹੈ ਜਾਗਦੇ ਰਹਿਣਾ। ਠੀਕ ਹੈ ਨਾ। ਸੌ ਨਹੀਂ ਜਾਣਾ, ਬੇਫਿਕਰ ਨਹੀਂ ਹੋ ਜਾਣਾ ਕਿ ਮੈਨੂੰ ਜੀਵਨ ਮਿਲਿਆ ਹੈ, ਖਾਓ ਪੀਓ ਐਸ਼ ਛਡਾਓ, ਗਾਣੇ ਤੁਸੀਂ ਸੁਣਦੇ ਹੋ ਰੋਜ਼। ਇਸ ਕੰਮ ਵਾਸਤੇ ਨਹੀਂ ਹੈ ਇਹ ਜੀਵਨ। ਗੁਰਮੁਖ ਪਿਆਰਿਓ ਵੱਡੇ ਭਾਗਾਂ ਨਾਲ ਮਿਲਦਾ ਹੈ। ਪਤਾ ਨਹੀਂ ਕਿੰਨੇ ਜਨਮਾਂ ਬਾਅਦ ਮਿਲਿਆ ਹੋਏਗਾ ਤੇ ਪੱਕਾ ਵੀ ਨਹੀਂ ਹੈ। ਤੇ ਇਹਦੇ ਵਿੱਚ ਮੇਨ ਕੰਮ ਹੈ ਜਿਹੜਾ ਆਪਣਾ ਉਹ ਸੀ ਪਰਮਾਤਮਾ ਮਿਲਾਪ। ਇਹ ਉੱਥੋਂ ਤੱਕ ਕਿਵੇਂ ਪਹੁੰਚਣਾ ਹੈ ਇਹ ਸਾਨੂੰ ਜਾਣਕਾਰੀ ਹੋਵੇ। ਜਿਵੇਂ ਅਗਲੇ ਹਫਤੇ ਆਪਾਂ ਜੇ ਸ਼ਬਦ ਵਿਚਾਰਾਂਗੇ ਇੱਕ, ਜਿਹਦੇ ਵਿੱਚ ਉਸ ਮਾਲਕ ਦੇ ਦਰ ਦੇ ਵਿੱਚ ਕੀ ਆ, ਕਿੰਨੀਆਂ ਧਰਤੀਆਂ ਨੇ, ਕਿੰਨਾ ਕੁਛ ਹੈ। ਇਹ ਵੇਖੋ ਗਏ ਹੀ ਹੈ ਨਾ ਉੱਥੇ, ਉਹ ਵਿਚਾਰਾਂਗੇ। ਉਹ ਵੀ ਬੜਾ ਲੰਬਾ ਸ਼ਬਦ ਹੈ ਵੀ ਉਸ ਜਗ੍ਹਾ ਤੇ ਕੀ ਹੈ। ਹੁਣ ਇਸ ਕੰਮ ਵਾਸਤੇ ਮਿਲਿਆ ਸੀ। ਆਪਾਂ ਨੂੰ ਮਹਾਰਾਜ ਦੱਸ ਵੀ ਰਹੇ ਨੇ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਤੇ ਨਾਲ ਇਹ ਵੀ ਦੱਸਦਾ ਵੀ ਕੋਲ ਰਹਿਣੀ ਨਹੀਂ, ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰੋ ਬਾਰ। ਤੇ ਜਿਹੜਾ ਇਹਦਾ ਮੇਨ ਕੰਮ ਸੀ, ਅਸੀਂ ਉਹਦੇ ਵਾਸਤੇ 2% ਸਮਾਂ ਰੱਖਦੇ, 2%। ਫਿਰ ਸਾਨੂੰ ਜਾਗਦੇ ਨਹੀਂ ਕਿਹਾ ਜਾ ਸਕਦਾ। ਅਸੀਂ ਜੇ 1 ਘੰਟਾ ਬਹਿ ਕੇ ਗੁਰਮੁਖ ਪਿਆਰਿਓ ਸਿਮਰਨ ਕਰ ਲਿਆ, ਬਾਕੀ ਦਾ ਸਮਾਂ ਦੂਜੇ ਪਾਸੇ ਲਾਇਆ, ਸਾਰਾ ਦਿਨ ਕੱਢ ਕੇ ਵੇਖੋ ਕਿੱਥੇ ਕਿੱਥੇ ਲਾਤਾ। ਇਹਦਾ ਕੀ ਮਤਲਬ? ਅਸੀਂ ਜਾਗਦੇ ਰਹੇ। ਜਾਗੇ ਤਾਂ ਫਿਰ ਉਹਨਾਂ ਚਿਰ ਜਿੰਨਾ ਚਿਰ ਸਿਮਰਨ ਕਰ ਲਿਆ। ਬਾਕੀ ਤਾਂ ਅਸੀਂ ਜੇ ਨਾਲ ਅਸੀਂ ਸਿਮਰਨ ਨਹੀਂ ਕਰਦੇ ਤਾਂ ਅਸੀਂ ਸੌਂ ਗਏ ਕਿੱਥੇ? ਸੋਸ਼ਲ ਮੀਡੀਆ 'ਚ ਆਪਾਂ ਕਈ ਸੁੱਤੇ ਪਏ ਹਾਂ, ਅਸੀਂ ਵੀ ਸੁੱਤੇ ਹਾਂ, ਇਹਨੂੰ ਸੁਣੀ ਜਾਂਦੇ ਹਾਂ। ਪਹਿਲਾਂ ਆਪਾਂ ਜਦੋਂ ਚੱਲੇ ਸੀ ਉਦੋਂ ਸਾਰਾ ਦਿਨ ਕਰਦੇ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਜੇ ਇਸ ਤਰ੍ਹਾਂ ਸੁੱਤੇ ਰਹੇ ਤਾਂ ਫਿਰ ਬਾਬਾ ਜੀ ਕਹਿੰਦੇ ਜਿਹੜੀ ਉੱਪਰਲੀ ਚੀਜ਼ ਉਹ ਮਿਲ ਨਹੀਂ ਸਕਦੀ। ਉਸ ਹੱਟ ਦੇ ਵਿੱਚ ਜਾਇਆ ਨਹੀਂ ਜਾਣਾ। ਇਸ ਕਰਕੇ ਜੇ ਬੈਠ ਕੇ ਸਿਮਰਨ ਕੀਤਾ ਹੈ ਤਾਂ ਫਿਰ ਨਿੰਦਾ ਚੁਗਲੀ ਨਹੀਂ ਕਰਨੀ ਕਿ ਜਿਹੜਾ ਸਿਮਰਨ ਕੀਤਾ ਉਹ ਵੀ ਗਿਆ। ਬਾਬਾ ਖੁਸ਼ ਹੀ ਨਹੀਂ ਹੋਇਆ।
ਵਾਹਿਗੁਰੂ ਖੁਸ਼ ਹੀ ਨਹੀਂ ਹੋਇਆ। ਮਨ 'ਚ ਮਾੜਾ ਨਹੀਂ ਚਿਤਵਣਾ, ਕਿਸੇ ਦਾ ਮਾੜਾ ਨਹੀਂ ਚਿਤਵਣਾ, ਅਤੇ ਆਪਣੇ ਮਾੜਾ ਕਿਸੇ ਦਾ ਚਿਤਵਣ ਨਾਲ ਕਿਸੇ ਦਾ ਮਾੜਾ ਹੁੰਦਾ ਵੀ ਹੈ ਨਹੀਂ, ਕਿਉਂਕਿ ਜਿਹਦਾ ਮਾੜਾ ਚਿਤਵਦੇ ਆ ਉਹਦਾ ਵੀ ਉਹੀ ਮਾਲਕ ਹੈ, ਉਹਨੇ ਪੈਦਾ ਕੀਤਾ ਉਹਨੂੰ। ਇਸ ਕਰਕੇ ਜਿੰਨਾ ਚਿਰ ਅਸੀਂ ਆਪਣੇ ਵਿੱਚ ਸੁਧਾਰ ਨਹੀਂ ਕਰਾਂਗੇ, ਅਸੀਂ ਇਸ ਕੰਮ ਵਾਸਤੇ ਘੱਟੋ ਘੱਟ 75% ਦਿਨ ਦੇ ਵਿੱਚ ਨਹੀਂ ਦੇਵਾਂਗੇ, ਉਹਨੂੰ ਕਹਿੰਦੇ ਨੇ ਜਾਗਦਾ। ਅਤੇ ਕਈ ਤਾਂ ਵਿਚਾਰੇ 100% ਹੀ ਜਾਗਦੇ ਨੇ। ਸਾਰਾ ਦਿਨ ਜਿੰਨਾ ਚਿਰ ਇੱਧਰ ਨੇ ਉਹ ਜਾਗਦੇ ਨੇ ਕਿ ਮੇਰਾ ਕੁਝ ਚੋਰੀ ਨਾ ਹੋ ਜਾਏ। ਚੋਰੀ ਕਿਹਦਾ ਹੁੰਦਾ ਹੈ? ਜਿਹੜਾ ਸੌਂ ਜਾਂਦਾ ਹੈ। ਅਤੇ ਜੇ ਆਪਾਂ ਵੀ ਸੌਂ ਗਏ, ਸਾਡਾ ਕੌਣ ਚੋਰੀ ਕਰਦਾ ਹੈ? ਪੰਜ ਦੂਤ। ਇਸ ਦੇਹੀ ਮੈਂ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਉਹ ਪੰਜ ਚੋਰਾਂ ਨੇ ਸਾਡਾ ਲੁੱਟ ਲੈਣਾ। ਅਤੇ ਕਿੰਨਾ ਚਿਰ ਲੁੱਟਿਆ? ਜਿੰਨਾ ਚਿਰ ਆਪਾਂ ਜਾਗਦੇ ਰਹੇ। ਜੇ ਆਪਾਂ ਸ਼ਬਦ ਨਾਲ ਲੈ ਕੇ ਨਹੀਂ ਚੱਲੇ, ਗੁਰਮੰਤਰ ਨੂੰ ਨਾਲ ਲੈ ਕੇ ਨਹੀਂ ਚੱਲੇ, ਠੀਕ ਹੈ ਨਾ ਜੀ। ਇਸ ਕਰਕੇ ਆਪਾਂ ਥੋੜ੍ਹਾ ਟਾਈਮ ਲਾਇਆ। ਅਤੇ ਫਿਰ ਕਹਿੰਦੇ ਨੇ ਜੇ ਜਾਗਦਾ ਰਹੂ, ਜਾਗਤ ਰਹੇ ਸੋ ਕਬੂ ਨਾ ਸੋਵੇ, ਤੀਨ ਤਲੋਕ ਸਮਾਧ ਬਲੋਵੇ। ਅਤੇ ਇਹ ਜਿਹੜੀਆਂ ਨਾ ਉਹਦੀਆਂ ਤੀਨ ਤਲੋਕ, ਤਿੰਨ ਗੁਣ ਜਾਂ ਤਿੰਨ ਜਹਾਨ ਕਹਿ ਲਓ, ਆ ਜਿਹੜੀ ਆਕਾਸ਼ ਲੋਕ ਪਤਾਲ, ਉਹਦੀ ਸਮਾਧੀ ਦੇ ਥੱਲੇ ਆ ਜਾਂਦੇ ਨੇ, ਇਹ ਥੱਲੇ ਰਹਿ ਜਾਂਦੇ ਨੇ, ਉਹਨੂੰ ਫਿਰ ਪਾਉਂਦੇ ਨਹੀਂ। ਤੀਨ ਤਲੋਕ ਸਮਾਧ ਬਲੋਵੇ। ਫਿਰ ਅੱਗੇ ਕਹਿੰਦੇ ਨੇ ਬੀਜ ਮੰਤਰ ਲਹਿਰਦੇ ਰਹੇ। ਉਹੀ ਅੱਗੇ ਪੰਕਤੀ ਆ ਗਈ। ਬੀਜ ਮੰਤਰ ਕਿਹਨੂੰ ਕਹਿੰਦੇ ਨੇ? ਬੀਜ ਮੰਤਰ ਜਿਹੜਾ ਸਾਡੇ ਅੰਦਰ ਨਾਮ ਹੈ ਉਹਨੂੰ ਵੀ ਕਹਿੰਦੇ ਨੇ। ਬੀਜ ਹੁੰਦਾ ਹੈ ਜਿਵੇਂ ਧਰਤੀ 'ਚ ਬੀਜ ਬੀਜਦੇ ਹਾਂ, ਉਹ ਬੀਜ ਮੰਤਰ ਹੈ ਸਾਡੇ ਅੰਦਰ, ਨਾਮ ਬੀਜਿਆ ਹੋਇਆ। ਇੱਕ ਬੀਜ ਮੰਤਰ ਗੁਰਮੰਤਰ ਨੂੰ ਵੀ ਕਹਿੰਦੇ ਆ, ਕਿਉਂਕਿ ਇੱਥੋਂ ਇਹ ਵੀ ਨਾਮ ਦਾ ਬੀਜ ਬੀਜਣਾ ਮੈਂ ਸ਼ੁਰੂ ਕੀਤਾ ਗੁਰਮੰਤਰ ਨਾਲ। ਇਹਨੂੰ ਵੀ ਬੀਜ ਮੰਤਰ ਕਹਿ ਦਿੱਤਾ ਜਾਂਦਾ ਹੈ। ਅਤੇ ਆਪਾਂ ਨੂੰ ਦੱਸਿਆ ਵੀ ਹੈ, ਨਾਮ ਬੀਜਣ ਲੱਗਾ ਆਸ ਕਰ, ਹਰ ਬਖਸ਼ ਲੈ ਬੋਲ ਜਮਾਏ ਜਿਓ। ਜਿਹੜਾ ਅੰਦਰ ਨਾਮ ਹੈ ਉਹ ਅਸੀਂ ਨਹੀਂ ਬੀਜਦੇ, ਉਹ ਸਾਡੇ ਅੰਦਰ ਮਾਲਕ ਨੇ ਰੱਖਿਆ ਹੋਇਆ। ਸਾਡੀ ਕੀ ਜ਼ਿੰਮੇਵਾਰੀ ਹੈ? ਨਾਮ ਬੀਜਣ ਲੱਗਾ ਆਸ ਕਰ। ਵਾਹਿਗੁਰੂ ਜਪਣ ਲੱਗਾ ਸੱਚੇ ਪਾਤਸ਼ਾਹੀ ਬੋਲ ਵੱਡਾ ਕਰਦੇ, ਇਹਨੂੰ ਵੀ ਬੀਜ ਮੰਤਰ ਕਹਿੰਦੇ ਨੇ। ਇਹੀ ਸਾਰਾ ਦਿਨ ਨਾਲ ਲੈ ਕੇ ਚੱਲਣਾ ਹੈ। ਬੀਜ ਮੰਤਰ ਲਹਿਰਦੇ ਰਹੇ, ਮਨੁਆ ਉਲਟ ਸੁਣ ਮੇ ਗਏ। ਫਿਰ ਮਨੁਆ ਜਿਹੜਾ ਨਾ ਉਲਟ, ਮਤਲਬ ਦੁਨੀਆ ਤਿੰਨਾਂ ਗੁਣਾਂ ਵਾਲੇ ਪਾਸਿਓਂ ਚੌਥੇ ਵਾਲੇ ਪਾਸੇ ਵਾਲੇ ਰਹੇਗਾ। ਮਨੁਆ ਉਲਟ ਸੁਣ ਮੇ ਗਏ। ਫਿਰ ਕਹਿੰਦੇ ਨੇ ਜਾਗਤ ਰਹੇ ਨਾ ਅਲੀਆ ਭਾਖੇ। ਅਲੀਆ ਕੀ ਹੈ? ਝੂਠ, ਫਰੇਬ, ਕੂੜ। ਕਹਿੰਦਾ ਜਿਹੜਾ ਜਾਗਦਾ ਰਹਿੰਦਾ ਹੈ, ਮਹਾਰਾਜ ਕਹਿੰਦੇ ਉਹ ਫਿਰ ਝੂਠ ਨਾਲੋਂ ਟੁੱਟ ਜਾਂਦਾ ਹੈ, ਫਰੇਬ ਨਾਲੋਂ ਟੁੱਟ ਜਾਂਦਾ ਹੈ। ਗੁਰ ਕੀ ਸਾਖੀ ਰੱਖੇ ਚੀਤ, ਇਹ ਵੀ ਬੜਾ ਜ਼ਰੂਰੀ ਹੈ। ਬਈ ਗੁਰੂ ਦਾ ਉਪਦੇਸ਼ ਹਿਰਦੇ 'ਚ ਵਸਾ ਕੇ ਰੱਖਣਾ, ਯਾਦ ਰੱਖਣਾ ਨੂੰ ਕਿ ਮੇਰੇ ਗੁਰੂ ਨੇ ਉਪਦੇਸ਼ ਕੀਤਾ ਹੈ ਕਿ ਪੰਜਾਂ ਗਿਆਨ ਇੰਦਰੀਆਂ ਦਾ ਖਿਆਲ ਰੱਖੀ, ਇਹਨਾਂ ਪੰਜਾਂ ਰਾਹੀਂ ਮਨ ਨੇ ਪਾਪ ਕਰਨਾ ਜਿੰਨਾ ਕਰਨਾ। ਗੁਰ ਕੀ ਸਾਖੀ ਰਾਖੇ ਚੀਤ, ਮਨ ਤਨ ਅਰਪੇ ਕ੍ਰਿਸ਼ਨ ਪ੍ਰੀਤ। ਉਸ ਮਾਲਕ ਦੇ ਚਰਨਾਂ ਵਿੱਚ ਆਪਣਾ ਸਿਰ ਰੱਖਦੇ, ਮਨ ਤਨ ਉਹਨੂੰ ਅਰਪਣ ਕਰਦੇ, ਜਿਵੇਂ ਬਾਬਾ ਕਬੀਰ ਜੀ ਨੇ ਕੀਤਾ ਹੈ। ਠੀਕ ਹੈ ਨਾ। ਮੇਰਾ ਮੁਝ में कुछ नहीं जा कुछ है, सो तेरा तेरा तुझके सौंप के क्या लागे मेरा। ਕ੍ਰਿਸ਼ਨ ਪ੍ਰੀਤ ਕਹਿੰਦੇ ਕਰ ਪਲਵ ਸਾਖਾ ਵਿਚਾਰੇ। ਪਲਵ ਹੁੰਦੇ ਪੱਤੇ, ਸ਼ਾਖਾ ਸ਼ਾਖਾਵਾਂ ਜਿਹੜੀਆਂ ਹੁੰਦੀਆਂ ਟਹਿਣੀਆਂ, ਕਰ ਹੁੰਦੇ ਹੱਥ। ਇਹਦਾ ਜਿਹੜਾ ਅਖਰੀ ਅਰਥ ਹੈ ਉਹ ਹੈ ਵੀ ਜਿਵੇਂ ਦਰਖਤ ਹੈ ਉਹ ਤਾਂ ਹੀ ਸੋਹਣਾ ਲੱਗਦਾ ਹੈ ਜੇ ਉਹਦੇ ਪੱਤੇ, ਉਹਦੀਆਂ ਸ਼ਾਖਾਂ, ਉਹਦਾ ਸਾਰਾ ਕੁਝ ਠੀਕ ਹੈ। ਇਸੇ ਤਰ੍ਹਾਂ ਕਹਿੰਦੇ ਤੈਨੂੰ ਜਿਹੜੇ ਕਰ ਹੱਥ ਦਿੱਤੇ ਨੇ ਨਾ, ਇਹਨਾਂ ਦੇ ਨਾਲ ਸਰੀਰ ਰੂਪੀ ਸ਼ਾਖਾਂ, ਇਹ ਅੰਦਰ ਦੀ ਗੱਲ ਹੈ ਗੁਰਮੁਖੋ। ਸਰੀਰ ਰੂਪੀ ਸ਼ਾਖਾਂ, ਸਰੀਰ ਰੂਪੀ ਪੱਤੇ, ਉਹਨਾਂ ਦਾ ਵਿਚਾਰ ਕਰ, ਉਹਨਾਂ ਬਾਰੇ ਸੋਚ।
ਵੀ ਉਹ ਗਲਤ ਕੰਮ ਨਾ ਹੋ ਜਾਏ ਤੇਰੇ ਕੋਲ, ਤੇਰੇ ਆਕਾਰ ਹੱਥਾਂ ਦੇ ਨਾਲ। ਕੋਈ ਵੀ ਕੰਮ ਕਰਨਾ ਵਿਚਾਰ ਕੇ ਕਰ, ਸੋਚ ਕੇ ਕਰ। ਆਪਣਾ ਜਨਮ ਨਾ ਜੂਏ ਹਾਰੇ। ਜੇ ਤੂੰ ਗਲਤ ਕੰਮ ਨਹੀਂ ਕਰੇਗਾ ਤਾਂ ਫਿਰ ਆਪਣਾ ਜਨਮ ਤਾਂ ਨਹੀਂ ਹਰੇਗਾ, ਪਰ ਜੇ ਕਰੇਗਾ, ਝੂਠ ਬੋਲੇਗਾ, ਜੁੜੇਗਾ, ਫਿਰ ਜਨਮ ਜੂਏ ਵਿੱਚ ਹਾਰਿਆ ਜਾਏਗਾ। ਫਿਰ ਤਾਂ ਜੂਏ 'ਚ ਹਾਰਨ ਦਾ ਮਤਲਬ ਹੁੰਦਾ ਵੀ ਬੜੀ ਕੀਮਤੀ ਚੀਜ਼ ਹੈ ਮਾਨਸ ਜਾਮਾ 84 ਲੱਖ ਜੂਨਾਂ 'ਚੋਂ ਮਿਲਿਆ ਹੈ, ਤੇ ਇਹਨੂੰ ਜੜਾਉਣਾ ਸੀ ਹੀਰਿਆਂ ਦੇ ਵਿੱਚ, ਰਤਨਾਂ ਦੇ ਵਿੱਚ, ਪਰ ਆਪਾਂ ਇਹਨੂੰ ਕਾਹਦੇ 'ਚ ਜੜਾ ਰਹੇ ਹਾਂ? ਝੂਠ, ਫਰੇਬ, ਹੇਰਾ ਫੇਰੀ, ਇਹ ਉਹਦੇ ਵਿੱਚ ਜੜਿਆ ਜਾ ਰਿਹਾ। ਇਸ ਕਰਕੇ ਕਹਿੰਦੇ ਸਾਵਧਾਨ ਰਹਿ। ਫਿਰ ਬਾਬਾ ਜੀ ਨੇ ਅਗਲਾ ਪਾਸਾ ਦੱਸਿਆ, ਅਸਰ ਨਦੀ ਕਾ ਬੰਦੇ ਮੂਲ, ਪੱਛਮ ਫੇਰ ਚੜਾਵੇ ਸੂਰ। ਇਹ ਇੱਕ ਰਸਤਾ ਇੱਧਰ ਪਿੱਛੋਂ ਦੀ ਵੀ ਦੱਸਿਆ ਹੈ। ਬਾਬੇ ਕਬੀਰ ਦੇ ਆਪਾਂ ਕਈ ਵਾਰੀ ਵਿਚਾਰਿਆ ਹੈ, ਅਸਰ ਨਦੀ ਕਾ ਬੰਦੇ ਮੂਲ, ਇਹ ਮੂਲ ਤੋਂ ਬੰਨ੍ਹ ਕੇ ਇੱਧਰ ਪਿੱਛੇ ਪਾਸੇ ਦੀ ਚੜ੍ਹਦਾ ਹੈ। ਪੱਛਮ ਫੇਰ ਚੜਾਵੇ ਸੂਰ, ਠੀਕ ਹੈ ਨਾ। ਇਹ ਪੱਛਮ ਵਾਲੇ ਪਾਸੇ ਦੀ ਦਾ ਰਸਤਾ ਦੱਸਿਆ। ਫਿਰ ਉਸ ਜਗ੍ਹਾ ਤੇ ਜਾਣੇ, ਕਹਿੰਦੇ ਅਜਰ ਜਰੇ ਸੋ ਨਿਜਰ ਝਰੇ, ਜਗਨਨਾਥ ਸਿਓ ਗੋਸ਼ਟ ਕਰੇ। ਇੱਥੋਂ ਜਾ ਕੇ ਫਿਰ ਉਹ ਪਰਮਾਤਮਾ ਦੇ ਨਾਲ ਗੱਲਬਾਤ ਹੁੰਦੀ ਹੈ। ਉੱਥੇ ਅੰਮ੍ਰਿਤ ਦਾ ਝਰਨਾ ਵਗਦਾ ਹੈ। ਉੱਥੇ ਜਾ ਕੇ ਮਨ ਆਪਣਾ ਖੁਸ਼ੀਆਂ ਖੇੜੇ ਕਰਦਾ ਹੈ, ਤੇ ਜਗਨਨਾਥ ਸਿਓ ਗੋਸ਼ਟ ਕਰੇ, ਉਸ ਮਾਲਕ ਦੇ ਨਾਲ ਫਿਰ ਗੱਲਾਂ ਵੀ ਕਰਦਾ। ਇਹ ਤਰਤੀਬ ਦਿੱਤੀ ਜਾ ਰਹੀ ਹੈ, ਬਾਬਾ ਜੀ ਤਰਤੀਬ ਦੇ ਰਹੇ ਨੇ ਅੱਗੇ ਦੇ ਅੱਗੇ 10ਵੇਂ ਦਵਾਰ ਦੀ। ਕਿਉਂਕਿ ਇਹ ਸਿਰ ਜਦੋਂ ਤਾਂ ਭਰਮ ਨਿਕਲ ਗਿਆ, ਸਾਡਾ ਸਰੀਰ ਦਾ ਭਰਮ ਨਿਕਲ ਗਿਆ, ਤੇ ਇੱਥੇ ਹੀ ਸਾਰਾ ਕੁਛ ਹੈ, ਠੀਕ ਹੈ ਨਾ। ਇਹ ਪਰਦਾ ਹੀ ਹੈ। ਪਰਦੇ ਦੇ ਇੱਧਰਲੇ ਪਾਸੇ ਸੀ ਆਪਾਂ ਆਹ ਸਰੀਰ ਸਮਝੀ ਜਾਂਦੇ ਸੀ, ਆਹ ਚੀਜ਼ਾਂ ਆਪਣੀਆਂ ਸਮਝੀ ਜਾਂਦੇ ਸੀ। ਪਰਦੇ ਦੇ ਦੂਜੇ ਪਾਸੇ ਹੋਏ ਆ, ਤੇ ਉਹ ਕਈਆਂ ਪਾਸਿਆਂ ਨੂੰ ਮੁੜਦਾ ਹੈ। ਤੇ ਇਹ ਜਿਹੜਾ ਰਸਤਾ ਇਹ ਮਾਲਕ ਵੱਲ ਨੂੰ ਜਾਂਦਾ ਹੈ। ਇਹ ਗੰਧਰਵ ਨਗਰੀ ਇੱਕ ਪਾਸੇ ਨਿਕਲ ਜਾਂਦੀ ਹੈ, ਠੀਕ ਹੈ ਨਾ, ਤੇ ਇੱਕ ਪਾਸੇ ਨੂੰ ਆਹ ਜਿਹੜਾ ਰਸਤਾ ਜਾ ਰਿਹਾ। ਫਿਰ ਕਹਿੰਦੇ ਚੌਮੁਖ ਦੀਵਾ ਜੋਤ ਪਾਰ, ਪੱਲੂ ਅਨੰਤ ਮੂਲ ਵਿਚਕਾਰ। ਇਸ ਤਰਜ਼ ਦੇ ਉੱਤੇ ਹਰਿਮੰਦਰ ਸਾਹਿਬ ਬਣਿਆ ਹੈ, ਅੰਮ੍ਰਿਤਸਰ ਦੀ ਧਰਤੀ ਦੇ ਉੱਤੇ। ਉਹਦੇ 4 ਦਰਵਾਜ਼ੇ ਨੇ। ਉਹਦੇ ਵਿੱਚ ਤੁਸੀਂ ਜਾਓ ਤਾਂ ਉੱਥੇ ਇੱਕ ਪਾਸੇ ਜੋਤ ਜਗਦੀ ਹੈ। ਉਹ ਜੋਤ ਤਾਂ ਜਗਾ ਕੇ ਰੱਖਦੇ ਨੇ ਕਿਉਂਕਿ ਉੱਦਾਂ ਤਾਂ ਅੱਜ ਕੱਲ੍ਹ ਲਾਈਟ ਹੀ ਬੜੀ ਹੈ। ਉਹ ਹੈ ਸ਼ਬਦ ਹੈ। ਇਹਦੇ ਵਿੱਚ ਦੱਸਿਆ ਹੈ ਚੌਮੁਖ ਦੀਵਾ ਜੋਤ ਦਵਾਰ, ਪੱਲੂ ਅਨੰਤ ਮੂਲ ਵਿਚਕਾਰ। ਇੱਥੇ ਵੀ ਸਾਡੇ 4 ਦਰ ਨੇ, ਠੀਕ ਹੈ ਨਾ। ਇਹ ਆਪਾਂ ਸਿਰ ਦਾ ਨਿਸ਼ਾਨੀ ਲਾਉਣੇ, ਪਰ ਸਿਰ ਤੋਂ ਉੱਥੇ ਜਾ ਕੇ ਤੁਹਾਨੂੰ ਮੈਂ ਦੱਸਿਆ ਵੀ ਨਹੀਂ ਰਹਿੰਦਾ। ਉੱਥੇ ਫਿਰ ਸੂਖਮ ਜਿਹੜਾ ਮਾਲਕ ਵਾਲਾ ਪਾਸਾ ਉਹ ਹੀ ਹੁੰਦਾ ਵੀ ਜਿਹੜਾ ਚੌਮੁਖ ਦੀਵਾ, ਉਹਦੇ ਵਿੱਚ ਇੱਕ ਜੋਤ, ਉਹੀ ਦੀਵਾ ਜਿਹੜਾ ਆਲੇ 'ਚ ਰੱਖਣ ਵਾਲਾ ਹੈ, ਠੀਕ ਹੈ ਨਾ, ਹਾਟ ਪਰ ਆਲਾ। ਉਹਦੇ ਵਿੱਚ ਇਹ ਦੀਵਾ ਹੈ, ਜੋਤ ਦਵਾਰ, ਪੱਲੂ ਅਨੰਤ ਜੋਤ ਵਿਚਕਾਰ। ਤੇ ਜਿਹੜੀ ਪੱਲੂ ਮਤਲਬ ਜਿਵੇਂ ਆਪਾਂ ਪੱਲੂ ਦੇ ਨਾਲ ਠੱਕਦੇ, ਉੱਥੇ ਵੀ ਇਸ ਤਰ੍ਹਾਂ ਦਾ ਸਿਸਟਮ ਹੈ। ਹੁਣ ਉਹਦੇ ਅਰਥ ਤਾਂ ਨਹੀਂ ਕੀਤੇ ਜਾ ਸਕਦੇ, ਤਾਂ ਜੇ ਵੇਖ ਕੇ ਕਦੋਂ ਫੇਰ ਹੀ ਪਤਾ ਲੱਗੇਗਾ। ਮੂਲ ਵਿਚਕਾਰ, ਮੂਲ ਕੀ ਹੈ? ਸਾਡਾ ਮਾਲਕ, ਉਹ ਸੈਂਟਰ 'ਚ ਹੈ, ਠੀਕ ਹੈ ਨਾ। ਸਰਬ ਕਲਾਲੇ ਆਪੇ ਰਹੇ, ਉਹ ਉੱਥੇ ਸਾਰੀ ਸ਼ਕਤੀ ਲੈ ਕੇ ਬੈਠਾ ਹੋਇਆ। ਸਰਬ ਕਲਾ, ਠੀਕ ਹੈ ਨਾ। ਸਰਬ ਕਲਾ ਲੈ ਆਪੇ ਰਹੇ, ਮਨ ਮਾਨਕ ਰਤਨਾ ਮੈਂ ਗਏ। ਆ ਜਿਹੜੀ ਆਪਾਂ ਗੱਲ ਕੀਤੀ ਸੀ, ਉੱਥੇ ਜਾ ਕੇ ਫਿਰ ਜਦੋਂ ਮਾਲਕ ਦੇ ਨਾਲ ਜਗਨਨਾਥ ਗੋਸ਼ਟ ਕੀਤੀ, ਮਾਲਕ ਦੇ ਨਾਲ ਭਗਤ ਵੀ ਉੱਥੇ ਦਾ ਆਪਾਂ ਦੱਸਿਆ ਗੋਸ਼ਟ ਕਰਦੇ ਨੇ। ਭਗਤ ਸੰਗ ਪ੍ਰਭ ਗੋਸ਼ਟ ਕਰੇ, ਠੀਕ ਹੈ ਨਾ। ਤੇ ਉਦੋਂ ਫਿਰ ਮਨ ਹੈ ਜਿਹੜਾ, ਉਹਨੂੰ ਫਿਰ ਮਾਨਕ, ਮਨ ਮਾਨਕ ਰਤਨਾ ਮੈਂ ਗਏ, ਉਹਨੂੰ ਰਤਨਾ ਦੇ ਵਿੱਚ ਜੜ ਦਿੱਤਾ। ਜਿਹੜਾ ਆਪਾਂ ਪਿਛਲੇ ਜਨਮਾਂ 'ਚ ਵੀ ਮੈਲ ਭਰੀ ਹੈ ਇਹਦੀ, ਆਪਾਂ ਕਾਹਦੇ ਵਿੱਚ ਜੜਿਆ ਹੈ? ਆਹ 3 ਗੁਣਾਂ ਦੀ ਮੈਲ ਦੇ ਨਾਲ। ਇਹਨੂੰ ਹੁਣ ਆਪਾਂ ਜਾਣ ਬੁੱਝ ਕੇ ਵੀ, ਕਈ ਵਾਰੀ ਹੁਣ ਜਾਣ ਕੇ ਵੀ ਸਾਨੂੰ ਪਤਾ ਵੀ ਲੱਗ ਗਿਆ, ਫਿਰ ਵੀ ਇਹਨੂੰ ਉਹ
ਝੂਠ ਨਿੰਦਾ ਫਰੇਬ ਦੇ ਨਾਲ ਭਰੀ ਜਾਂਦੇ ਹਾਂ। ਤੇ ਉਹ ਮਾਲਕ ਫਿਰ ਉੱਥੇ ਜਦੋਂ ਆਪਾਂ ਭਗਤੀ ਲੱਗਦੇ ਹਾਂ, ਸਮਝ ਆਉਂਦੀ ਹੈ, ਮਾਲਕ ਕਿਰਪਾ ਕਰਦਾ ਹੈ, ਤੇ ਉੱਥੋਂ ਫਿਰ ਉਹ ਮੈਲ ਧੋਤੀ ਜਾਂਦੀ ਹੈ ਉਸ ਤੀਰਥ ਦੇ ਵਿੱਚ, ਜਿੱਥੇ ਸਤਿਗੁਰੂ ਦਾ ਤੀਰਥ ਹੈ। ਇਸ਼ਨਾਨ ਕਰਕੇ ਤੇ ਉੱਥੇ ਫਿਰ ਮਨ ਦੇ ਜਿਹੜਾ ਹੈ ਮਾਣਕ ਦੇ ਨਾਲ, ਜਿਵੇਂ ਇੱਧਰਲੇ ਪਾਸੇ ਰਤਨ ਦੱਸੇ ਨੇ, ਉਹ ਉਧਰਲੀ ਸਾਈਡ ਦੇ ਰਤਨ ਨੇ, ਮਾਣਕ ਨੇ, ਉਹਨਾਂ ਦੇ ਵਿੱਚ ਮਨ ਨੂੰ ਜੜ ਦਿੱਤਾ ਜਾਂਦਾ ਹੈ। ਫਿਰ ਕਹਿੰਦੇ ਨੇ ਮਸਤਕ ਪਦਮ ਦਿਵਾਲੇ ਮਣੀ ਮਾਹੇ ਨਰੰਜਨ ਤ੍ਰੈ ਭਵੰਤਨੀ। ਮਣੀ ਕੀ ਹੁੰਦੀ ਹੈ? ਮਣੀ ਦਾ ਪ੍ਰਕਾਸ਼ ਹੈ ਸੰਧੂਰੀ ਰੰਗ ਦਾ ਅੰਦਰ, ਠੀਕ ਹੈ ਨਾ, ਉਹ ਮਸਤਕ ਵਾਲੇ ਪਾਸੇ ਹੈ। ਜਿਹੜੀ ਆਪਣੀ ਅੰਦਰਲੀ ਦੇ ਉਹਦਾ ਮਸਤਕ ਹੈਗਾ। ਇਹ ਸੰਧੂਰੀ ਰੰਗ ਦਾ ਜਦੋਂ ਪ੍ਰਕਾਸ਼ ਹੋ ਜਾਂਦਾ, ਕਈ ਵਾਰੀ ਨਾ ਇਸ ਤਰ੍ਹਾਂ ਕਈਆਂ ਦੇ ਇੱਥੇ ਆ ਜਾਂਦਾ ਪ੍ਰਕਾਸ਼, ਉਹ ਸਮਝ ਲਓ ਮਣੀ ਦਾ ਪ੍ਰਕਾਸ਼ ਹੈ। ਮਸਤਕ ਪਦਮ ਦਿਵਾਲੇ ਮਣੀ, ਇਹ ਪਦਮ ਉਹਨੂੰ ਕਹਿੰਦੇ ਨੇ, ਜਿਹੜਾ ਕਮਲ ਫੁੱਲ ਜਿਹਨੂੰ ਕਹਿੰਦੇ ਨੇ, ਉਹਦੇ ਦੁਆਲੇ ਮਣੀ ਦਾ ਪ੍ਰਕਾਸ਼ ਹੈ, ਕਮਲ ਫੁੱਲ ਦੇ ਦੁਆਲੇ ਮਣੀ ਮਾਹੇ ਨਰੰਜਨ ਤ੍ਰੈ ਭਵੰਤਨੀ। ਉਹ ਤਿੰਨਾਂ ਭਵਨਾਂ ਦਾ ਮਾਲਕ ਵੀ ਉੱਥੇ ਹੀ ਹੈ, ਠੀਕ ਹੈ ਨਾ। ਉਹਨੇ 3 ਭਵਨ, ਇੱਕ ਨਹੀਂ ਪਤਾ ਨਹੀਂ ਕਿੰਨੇ 3 ਭਵਨ ਬਣਾਏ ਨੇ। ਇੱਕ 3 ਭਵਨ ਨਹੀਂ, ਪਤਾ ਨਹੀਂ ਕਿੰਨੇ ਤਰ੍ਹਾਂ ਦੇ 3 ਭਵਨ ਬਣਾਏ ਨੇ ਉਹਨੇ, ਠੀਕ ਹੈ ਨਾ ਜੀ। ਮਸਤਕ ਪਦਮ ਦਿਵਾਲੇ ਮਣੀ ਮਾਹੇ। ਉੱਥੇ ਹੋਰ ਕੀ ਹੈ? ਕਹਿੰਦੇ 5 ਸ਼ਬਦ ਨਰਬੈਲ ਵਾਜੇ। ਜਿਹੜੇ ਗੁਰੂ ਸਾਹਿਬਾਂ ਨੇ ਵੀ ਸੁਣੇ ਤੇ ਉਹਨਾਂ ਨੇ ਵੀ ਲਿਖ ਦਿੱਤਾ ਨਾ, ਇਹ ਬੇਣੀ ਭਗਤ ਨੇ ਵੀ ਵੇਖੋ ਲਿਖ ਦਿੱਤਾ। ਗੁਰੂ ਸਾਹਿਬ ਤੇ ਆਪਣੇ ਆਪ ਨੂੰ ਗੁਰੂ ਅਖਵਾਏ ਨਹੀਂ, ਉਹ ਤਾਂ ਆਪਣੇ ਆਪ ਨੂੰ ਦਾਸ ਹੀ ਕਹਿੰਦੇ ਰਹੇ। ਗੋਬਿੰਦ ਦਾਸ ਤਹਾਰੋ, ਨਾਨਕ ਦਾਸ ਮੁਖ ਤੇ ਜੋ ਬੋਲੇ। ਉਹ ਤਾਂ ਦਾਸ ਸੀ ਮਾਲਕ ਦੇ, ਉਹ ਬੜੀ ਵੱਡੀ ਅਵਸਥਾ ਹੈ। ਉਹ ਤਾਂ ਮਾਲਕ ਦੇ ਦਾਸ ਸੀ, ਉਹਦੇ ਦਾਸ ਬਣਨਾ ਕਿਤੇ ਛੋਟੀ ਗੱਲ ਨਹੀਂ, ਠੀਕ ਹੈ ਨਾ। ਇਸੇ ਤਰ੍ਹਾਂ ਹੀ ਭਗਤਾਂ ਦਾ, ਸਾਧੂਆਂ ਦਾ, ਸੰਤਾਂ ਦਾ ਵਾਸਾ ਥਾਂ ਥਾਂ 'ਤੇ ਆਪਾਂ ਨੂੰ ਦੱਸਿਆ ਹੈ। ਅਤੇ ਜਿਹੜਾ ਉਹਦਾ ਦਾਸ ਹੈ ਉਹਦੇ ਕੋਲ ਹੀ ਰਹਿੰਦਾ ਹੈ, ਉਹ ਜਾਂਦਾ ਨਹੀਂ ਫਿਰ ਕਿਤੇ। ਅਤੇ ਗੁਰੂ ਸਾਹਿਬਾਂ ਨੇ ਆਪਣੇ ਆਪ ਨੂੰ ਦਾਸ ਆਖਿਆ, ਦਾਸ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੁਖ ਹੋਵੇ। ਫਿਰ ਮਹਾਰਾਜ ਦੱਸ ਰਹੇ ਨੇ ਅੱਗੇ 5 ਸ਼ਬਦ ਨਰਬੈਲ ਵਾਜੇ। 5 ਸ਼ਬਦ ਵੱਜਦੇ ਨੇ ਉੱਥੇ, ਇਹ ਵੀ ਆਪਣੇ ਆਪ ਕੀਰਤਨ ਹੋ ਰਿਹਾ ਹੈ। ਹੋਰ ਕੀ ਉੱਥੇ ਹੁੰਦਾ? ਕਹਿੰਦੇ ਢੁਲਕੇ ਚਵਰ ਸੰਖ ਘਨ ਗਾਜੇ। ਇੱਥੋਂ ਵਰਗਾ ਚਵਰ ਨਹੀਂ ਹੈ, ਵੱਖਰੇ ਤਰ੍ਹਾਂ ਦਾ ਚਵਰ ਹੈ, ਉਹ ਝੁੱਲ ਰਿਹਾ ਹੈ। ਸੰਖ ਘਨ ਗਾਜੇ, ਸੰਖ ਪੂਰਿਆ ਜਾ ਰਿਹਾ ਹੈ, ਤੇ ਬੱਦਲ ਗਰਜ ਰਹੇ ਨੇ। ਇਸ ਤਰ੍ਹਾਂ ਦੀ ਅਵਸਥਾ ਅੱਗੇ ਜਾ ਕੇ ਆਉਂਦੀ ਹੈ। ਕਈ ਗੁਰਮੁਖ ਸੁਣ ਵੀ ਲੈਂਦੇ ਨੇ, ਕਈ ਵਾਰੀ ਬੱਦਲ ਗਰਜਦੇ, ਕਈ ਵਾਰੀ ਉਹਨੂੰ ਲੱਗਦਾ ਵਰਖਾ ਦੀ ਆਵਾਜ਼ ਹੀ ਸੁਣਦੀ ਹੁੰਦੀ ਹੈ ਕਈਆਂ ਨੂੰ, ਠੀਕ ਹੈ ਨਾ। ਫਿਰ ਅੱਗੇ ਦੱਸ ਰਹੇ ਨੇ ਦਲਮਲ ਦੈਤੋ ਗੁਰਮੁਖ ਗਿਆਨ। ਗੁਰੂ ਦੇ ਦਿੱਤੇ ਹੋਏ ਬ੍ਰਹਮ ਗਿਆਨ ਰਾਹੀਂ ਇਨਸਾਨ ਰਾਖਸ਼ਾਂ 'ਤੇ ਕਾਬੂ ਪਾ ਲੈਂਦਾ। ਇਹ ਰਾਖਸ਼ ਆਪਣੇ 5 ਹੀ ਨੇ, 5 ਆਪਾਂ ਨੂੰ ਬੜਾ ਤੰਗ ਕਰਦੇ ਨੇ ਬਈ ਉੱਥੇ ਵੀ ਜਿਹੜਾ ਇਹ ਸਾਰਾ ਗਿਆਨ ਬੇਣੀ ਜੀ ਨੂੰ ਹੋਇਆ, ਇਹ ਸਾਰਾ ਕਿੱਥੋਂ ਆਇਆ? ਦਲਮਲ ਦੈਤੋ ਗੁਰਮੁਖ ਗਿਆਨ। ਇਹ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਹਦੇ ਗਿਆਨ ਦੇ ਨਾਲ 5 ਸ਼ੋਰ ਫੜ ਲੈ, ਰਾਖਸ਼ ਫੜ ਲੈ, ਤੇ ਅੱਗੇ ਵੇਖੋ ਕਿੱਡਾ ਵੱਡਾ ਜਿਹੜਾ ਇਹ ਦੱਸਿਆ 10ਵੇਂ ਦਵਾਰ ਦਾ। ਸਾਰੇ ਜਿਹੜੇ ਕਹਿੰਦੇ ਨੇ 10ਵੇਂ ਦਵਾਰ ਹੈ ਹੀ ਨਹੀਂ, ਹੁਣ ਉਹ ਨਾ ਪ੍ਰੈਕਟੀਕਲ ਕਰਨ ਤੇ ਨਾ ਉਹਨਾਂ ਨੂੰ ਫੜ ਕੇ ਦਿਖਾ ਦਈਏ ਵੀ ਲੈ 10ਵੇਂ ਦਵਾਰ ਵੇਖ ਲਓ, ਠੀਕ ਹੈ ਨਾ। ਕਈ ਗੁਰਮੁਖ, ਇੱਕ ਮੈਸੇਜ ਭੇਜਿਆ ਇੱਕ ਗੁਰਮੁਖ ਨੇ, ਉਹ ਉੱਥੇ ਇੱਕ ਭਾਈ ਸਾਹਿਬ, ਪਤਾ ਨਹੀਂ ਮੈਨੂੰ ਕੌਣ ਨੇ, ਉਹ ਕਹਿ ਰਹੇ ਨੇ ਵੀ ਰੱਬ ਕਿਹੜਾ ਕਿਸੇ ਵੇਖਿਆ ਹੈ। ਤੇ ਉਹਨੂੰ ਇੱਕ ਅੱਖਰ ਇੱਕ ਵਾਰੀ ਕਹਿ ਲਿਆ ਤੇ ਉਸ ਅੱਖਰ ਨੂੰ ਬਚਾ ਲਿਆ, ਬਾਰ-ਬਾਰ ਬੋਲਣ ਦੀ ਲੋੜ ਹੀ ਨਹੀਂ। ਦੇਖੋ ਇਹ ਵੀ ਹੁਣ ਗੁਰਮੁਖ ਪਿਆਰਿਓ, ਜਿਹੜਾ ਗੁਰਮੁਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਇਆ ਉਹਦੀ ਕਥਾ ਵਿਚਾਰ ਵੀ ਕਰਦਾ, ਤੇ ਫਿਰ ਇਹ ਕਹੇ ਵੀ ਰੱਬ ਕਿਹੜਾ ਕਿਸੇ ਵੇਖਿਆ ਹੈ, ਜਦੋਂ ਕਿਸੇ ਆਪਣਾ ਗੁਰੂ ਸਾਨੂੰ ਆਪਾਂ ਨੂੰ ਵਿਖਾ ਰਿਹਾ ਹੈ ਸਾਰਿਆਂ ਨੂੰ। ਉਹ ਗੁਰਮੁਖਾਂ ਰਾਹੀਂ ਭੇਜ ਦੇ ਰਿਹਾ ਹੈ, ਗੁਰਮੁਖਾਂ ਨੇ ਆਪਾਂ ਨੂੰ ਭੇਜ ਦਿੱਤਾ। ਤੇ ਗੁਰਮੁਖੋਂ ਫਿਰ ਕਿਵੇਂ ਅਫਸੋਸ ਜਿਹਾ ਹੁੰਦਾ ਹੈ ਕਿ
ਇਹ ਜਿਹੜਾ ਜ਼ਿਆਦਾ ਬਾਣੀ ਪੜ੍ਹਨ ਵਾਲੇ ਨੇ, ਰੋਜ਼ ਪੜ੍ਹਨ ਵਾਲੇ ਨੇ, ਰੋਜ਼ ਇਹ ਕਥਾ ਕਰਕੇ ਸੁਣਾਉਣ ਵਾਲੇ ਨੇ, ਤੇ ਇਹੀ ਕਹਿ ਰਹੇ ਨੇ ਕਿ ਰੱਬ ਕਿਹੜਾ ਕਿਸੇ ਵੇਖਿਆ। ਭਾਈ ਗੁਰਮੁਖਾਂ ਨੇ ਕਿਰਪਾ ਕੀਤੀ, ਉਹਨਾਂ ਦੇ ਮਾਲਕ ਨੇ ਕਿਰਪਾ ਕੀਤੀ, ਉਹਨਾਂ ਹਜ਼ਾਰਾਂ ਹੀ ਪ੍ਰਾਣੀਆਂ ਨੂੰ, ਲੱਖਾਂ ਪ੍ਰਾਣੀਆਂ ਨੂੰ ਇਹਦੇ ਦਰਸ਼ਨ ਕਰਾ ਗਏ ਨੇ ਤੇ ਗਾਂ ਹੋ ਰਹੇ ਨੇ। ਮਹਾਰਾਜ ਦਾ ਹੁਕਮ ਹੈ, ਨਾਨਕ ਦੇਖ ਦਿਖਾਈਏ ਤੇ ਸਤਿਬੁਲ ਹਾਰੇ ਜਾਸ। ਠੀਕ ਹੈ ਨਾ। ਉਸ ਮਾਲਕ ਦੇ ਦਰਸ਼ਨ ਮਹਾਰਾਜ ਕਹਿੰਦੇ ਆਪ ਕਰੋ ਤੇ ਦੂਜਿਆਂ ਨੂੰ ਕਰਾਓ। ਇਸ ਕਰਕੇ ਗੁਰਮੁਖ ਪਿਆਰਿਓ, ਮੈਨੂੰ ਆਪਣੇ ਆਪ ਨੂੰ ਕਈ ਵਾਰੀ ਬਹੁਤ ਅਫਸੋਸ ਹੋ ਜਾਂਦਾ ਕਿ ਜਿਹੜੀ ਚੀਜ਼ ਨਾਲ ਲੈ ਕੇ ਜਾਣੀ ਸੀ ਉਹਦਾ ਖਿਆਲ ਨਹੀਂ ਕੀਤਾ, ਜਿਹੜੀ ਨਾਲ ਜਾਣੀ ਨਹੀਂ ਸੀ ਉਹ ਆਪਾਂ ਵੱਧ ਤੋਂ ਵੱਧ ਸਾਰਿਆਂ ਨੇ ਕਮਾਈ। ਇਹ ਤਾਂ ਹੁਣ ਮਹਾਰਾਜ ਜੀ ਕਿਰਪਾ ਕਰੇ। ਉਹ ਬੁੱਲੇ ਵਾਲੀ ਗੱਲ ਕਰਾਵੇ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਮਤਲਬ ਤ੍ਰੈ ਗੁਣ ਮਾਇਆ ਚੋਂ ਪੁੱਟਣਾ ਤੇ ਚੌਥੇ ਪਦ ਵਾਲੇ ਪਾਸੇ ਨੂੰ ਕਰ ਲੈਣਾ। ਆ ਵੇਖੋ, ਰੋਟੀ ਆਪਾਂ ਇਸ ਤੁਹਾਨੂੰ ਦੇਣੀ ਹੈ, ਹੱਕ ਦੀ ਕਮਾਓ, ਹੱਕ ਦੀ ਖਾਓ। ਠੀਕ ਹੈ ਨਾ। ਕੋਈ ਲਾਲਚ ਨਾ ਕਰੋ, ਕਿਸੇ ਦਾ ਹੱਕ ਨਾ ਮਾਰੋ, ਚੋਰੀ ਨਾ ਕਰੋ ਕਿਸੇ ਦੀ। ਪਰ ਇਹ ਨਹੀਂ ਕਿ ਆਪਾਂ 14 ਘੰਟੇ ਘਰਾਂ ਦੇ ਕੰਮਾਂ 'ਚ, ਪੈਸੇ ਕਮਾਉਣ ਵਾਲੇ ਕੰਮਾਂ 'ਚ ਲਾਤੇ ਤੇ ਬਾਕੀ ਬਚਿਆ ਸਾਡੇ ਕੋਲ ਘੰਟਾ ਡੇਢ ਘੰਟਾ, ਉਹ 'ਚੋਂ ਕੋਈ ਗੱਪਾਂ ਮਾਰ ਲਈਆਂ ਤੇ ਘੰਟਾ ਸਿਮਰਨ ਕਰ ਲਿਆ, ਤੇ ਇਹ ਅਜੇ ਆਪਣਾ ਮਨ ਸੁੱਤਾ ਹੋਇਆ ਹੈ, ਸੁੱਤੇ ਪਏ। ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰਮੁਖ ਪਿਆਰਿਓ, ਇਹ ਇੱਕ ਨਹੀਂ ਸੁੱਤਾ, ਸਾਰੀ ਦੁਨੀਆ ਹੀ ਸੌਂ ਗਈ। ਤੇ ਮਹਾਰਾਜ ਪੁਕਾਰ ਪੁਕਾਰ ਕੇ ਕਹਿੰਦੇ ਨੇ ਵੀ ਜਾਗ ਲੈ ਰੇ ਮਨਾ ਕਿਉਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਸੇ ਵੀ ਸੰਗ ਨਾ ਹੋਇਆ। ਮਾਤ ਪਿਤਾ ਸੁਤ ਬੰਧ ਪੋਹੇ ਤੇ ਜਿਆਸੋ ਕੀਨਾ, ਜਬ ਹੀ ਛੁਟਕਿਆ ਦੇ ਤੇ ਡਾਰ ਅਗਨ ਮੈਂ ਦੀਨਾ। ਇਹ ਗੁਰਮੁਖ ਪਿਆਰਿਓ, ਇੱਥੇ ਦੇਹਾਂ ਦੇ ਨਾਲ ਹੀ ਸਾਡਾ ਪਿਆਰ ਹੈ ਤੇ ਦੇਹ ਝੂਠੀ ਹੈ, ਇਹਨੂੰ ਆਪਾਂ ਤਾਂ ਸਾੜ ਦਿੰਦੇ ਹਾਂ। ਇਹਦੇ ਜਿਹੜਾ ਵਿੱਚ ਹੈ ਗੱਲ ਉਹਦੀ, ਜਿਹੜਾ ਜਨਮ ਮਰਨ ਦੇ ਵਿੱਚ ਪਿਆ ਹੋਇਆ ਹੈ। ਕਈ ਵਾਰੀ ਆਪਾਂ ਸਰੀਰ ਰੂਪੀ ਸੇਵਾ ਕਰੀ ਜਾਂਦੇ ਹਾਂ, ਸਰੀਰ ਰੂਪੀ ਨੂੰ, ਦੇਹ ਨੂੰ ਤੰਗ ਦੇ ਕੇ ਭਗਤੀ ਕਰੀ ਜਾਂਦੇ ਹਾਂ। ਠੀਕ ਹੈ ਨਾ। ਪਰ ਦੇਹ ਤਾਂ ਖਾਲਸ ਹੈ, ਇਹਨੂੰ ਤਾਂ ਮੈਲ ਨਹੀਂ ਲੱਗੀ ਕੋਈ। ਇਹਨੂੰ ਤਾਂ ਜਿਹੜੇ ਤੱਤ ਲੱਗੇ ਨੇ ਖਾਲਸ ਹੈ ਤੇ ਦੇ ਸਾਰਿਆਂ ਦੀ, ਕਿਸੇ ਦੇ ਕੋਈ ਰਲਾ ਨਹੀਂ ਪਾਇਆ। ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪੌਣ ਬਸੰਤਰ ਖੇਲੇ ਵਡਾਣੀ। ਸੋ ਨਗੁਰਾ ਜੋ ਮਰ ਮਰ ਜੰਮੇ, ਨਗੁਰੇ ਆਵਣ ਜਾਵਣਿਆ। ਗੱਲ ਤਾਂ ਉਹਦੀ ਹੈ, ਉਹਨੂੰ ਮੈਲ ਲੱਗੀ ਹੈ। ਤੇ ਜੇ ਉਹਨੂੰ ਨਹੀਂ ਲੱਭਿਆ, ਆਪਾਂ ਨੂੰ ਕੀ ਕਹਿ ਦਿੰਦੇ ਨੇ, ਅੱਖਾਂ ਮੀਟਣੀਆਂ ਕਿਹਨੇ ਦੱਸਿਆ ਹੈ। ਤੇ ਪਤਾ ਹੀ ਨਹੀਂ ਵੀ ਭਾਈ ਤੁਸੀਂ ਆਪ ਵੀ ਅੱਖਾਂ ਮੀਟਦੇ ਹੋ 7 ਘੰਟੇ, ਤੇ ਤੁਹਾਨੂੰ ਪਤਾ ਹੈ ਵੀ ਤੁਹਾਡਾ ਜਿਹੜੀ ਐਸ ਦੇਹ ਨੂੰ ਛੱਡ ਕੇ ਦੇਹੀ ਗੁਪਤ ਕਿੱਧਰ ਨੂੰ ਜਾਂਦੀ ਹੈ, ਕਿੱਥੇ ਚਲ ਗਈ, ਸਵੇਰੇ ਕਿੱਥੋਂ ਆਈ। ਤੁਸੀਂ ਵੀ ਉਦੋਂ ਅੱਖਾਂ ਮੀਟੀਆਂ, ਤੇ ਅਸੀਂ ਸਾਰਾ ਦਿਨ ਅੱਖਾਂ ਨਹੀਂ ਮੀਟ ਕੇ ਬੈਠਦੇ, ਅਸੀਂ ਆਪਣਾ ਕੰਮ ਵੀ ਕਰਦੇ ਹਾਂ ਤੇ ਆਪ ਦਾ ਉਸ ਮਾਲਕ ਦੇ ਨਾਲ ਜਿੰਨਾ ਕੁ ਮਿਹਰ ਕਰੇ ਭਗਤੀ ਵੀ ਕਰਨੇ, ਅੱਖਾਂ ਵੀ ਬੰਦ ਕਰਕੇ ਵੇਖਦੇ ਹਾਂ। ਅੰਦਰੋਂ ਨਾਮ ਵੀ ਵਾਹਿਗੁਰੂ ਕਿਰਪਾ ਕਰਦੇ ਨੇ, ਸੁਣਦੇ ਹਾਂ। ਇਸ ਕਰਕੇ ਗੁਰਮੁਖ ਪਿਆਰਿਓ, ਇਹਨੂੰ ਐਵੇਂ ਨਾ ਲੈ ਲਓ, ਨਿੱਕੀ ਮੋਟੀ ਇਹ ਗੱਲ ਨਹੀਂ। ਠੀਕ ਹੈ ਨਾ। ਇਹ ਜੇ ਕਵੇ ਨਾ ਵੀ ਆਪਾਂ ਨੂੰ ਕੋਈ ਸਾਰੀ ਜਾਇਦਾਦ ਵੇਚ ਕੇ ਕੋਈ ਇੱਕ ਸਾਹ ਮੁੜ ਕੇ ਸਾਨੂੰ ਦੇ ਦੇਵੇ, ਉਹ ਨਹੀਂ ਮਿਲਦਾ। ਇਹ ਜਿੰਨੇ ਸਾਹ ਨੇ ਉਨੇ ਸਾਹਾਂ ਦੇ ਵਿੱਚ ਹੀ ਇਹ ਸਿਮਰਨ ਭਗਤੀ ਕਰ ਸਕਦੇ ਹਾਂ। ਤੇ ਜੇ ਨਹੀਂ ਵੀ ਕਿਸੇ ਪਾਸੇ ਲੱਗੇ, ਹੋ ਸਕਦਾ ਮਾਲਕ ਕਿਰਪਾ ਕਰਕੇ ਅਗਲਾ ਜਨਮ ਮਾਨਸ ਦਾ ਦੇ ਦੇ। ਠੀਕ ਹੈ ਨਾ। ਤੇ ਜਿਨ੍ਹਾਂ ਨੂੰ ਪਿਛਲੇ ਜਨਮਾਂ ਵਿੱਚ ਭਗਤੀ ਕੀਤੀ, ਦੇਵਲੋਕ ਤਾਈਂ ਪਹੁੰਚੇ, ਉਹ ਆਉਂਦੇ ਤੇ ਨੇ ਇੱਥੇ ਜਨਮ ਲੈ ਕੇ। ਉਹਨਾਂ ਨੂੰ ਵੀ ਗੁਰਬਾਣੀ 'ਚ ਸਮਝਾਇਆ ਹੈ। ਉਹਨਾਂ ਨੂੰ ਦੇਵਤੇ ਕਹਿੰਦੇ ਨੇ, ਜਿਹੜੇ ਦੇਵਲੋਕ 'ਚ ਵੱਸਦੇ ਨੇ। ਜਿਹੜੇ ਨਹੀਂ ਮਿਲ ਸਕੇ ਉਹਨਾਂ ਨੂੰ ਉੱਥੇ ਵਸਾ ਦਿੱਤਾ ਜਾਂਦਾ। ਉਹ ਕਿਸੇ ਇੱਕ ਜਾਤ ਧਰਮ ਦੇ ਨਹੀਂ ਹੁੰਦੇ,
ਜਿੰਨੇ ਵੀ ਦੁਨੀਆ 'ਚੋਂ ਭਗਤੀ ਕੀਤੀ ਹੈ। ਤਾਂ ਸਰੀਰ ਲੈ ਜਾਣ ਤੇ ਜਾਤ ਧਰਮ ਇਹ ਖਤਮ ਹੋ ਜਾਂਦਾ ਜਿਹੜਾ ਦੁਨੀਆ ਦਾ ਹੈ। ਇੱਕ ਹੀ ਧਰਮ ਰਹਿ ਜਾਂਦਾ, ਜਿਸ ਧਰਮ ਦੇ ਰਸਤੇ ਤੇ ਉੱਥੇ ਧਰਮ ਹੈ, ਸੱਚਾ ਧਰਮ। ਉਸ ਧਰਮ ਦੇ ਰਸਤੇ ਚੱਲਣਾ ਹੁੰਦਾ ਹੈ। ਆਪਾਂ ਤਾਂ ਸਰੀਰ ਦੇ ਨਾਲ ਧਰਮ ਲਾ ਲੈਂਦੇ ਹਾਂ। ਇਹ ਤਾਂ ਸਾਰਿਆਂ ਦਾ ਮਾਲਕ ਨੇ ਬਣਾਇਆ, ਆਪਣੇ ਕੋਈ ਠੱਪਾ ਨਹੀਂ ਹੈ ਲਾਉਣ ਦਾ। ਇਸ ਕਰਕੇ ਗੁਰਮੁਖ ਪਿਆਰਿਓ, ਬਹੁਤ ਸੀਰੀਅਸ ਹੋ ਕੇ ਇਸ ਚੀਜ਼ ਨੂੰ ਲੈਣਾ ਕਿ ਮਾਲਕ ਕਿਰਪਾ ਕਰੇ ਸਾਰਿਆਂ ਤੇ। ਪਹਿਲਾਂ ਨਾਮ ਜਪਣਾ ਹੁੰਦਾ ਹੈ। ਜਪਦੇ ਜਪਦੇ ਜਦੋਂ ਵਿਚਾਰ ਖਤਮ ਹੋ ਜਾਂਦੇ ਨਾ, ਥਾਟਸ ਜਿਹੜੀਆਂ ਚੱਲਦੀਆਂ, ਜਿਹਨੂੰ ਕਹਿੰਦੇ ਨੇ ਮਨ ਨਹੀਂ ਟਿਕਦਾ, ਜਦੋਂ ਟਿਕਣ ਲੱਗ ਜਾਂਦਾ ਹੈ, ਉਦੋਂ ਫਿਰ ਸਿਮਰਨ ਤੋਂ ਬਹੁਤ ਘੱਟ ਕਰਨਾ ਪੈਂਦਾ ਹੈ। ਫਿਰ ਵੀ ਸਿਹਤ ਠੀਕ ਰੱਖਣ ਲਈ ਕਰ ਲੈਣਾ ਚਾਹੀਦਾ ਅੱਧਾ ਘੰਟਾ, ਪਰ ਉਦੋਂ ਤਾਂ ਫਿਰ ਬੈਠਣਾ ਹੁੰਦਾ, ਸੁਣਨਾ ਹੁੰਦਾ ਅੰਦਰੋਂ। ਠੀਕ ਹੈ ਨਾ, ਸੁਣਨ ਦੀ ਅਵਸਥਾ ਵਿੱਚ ਬੰਦਾ ਚਲਿਆ ਜਾਂਦਾ। ਜਦੋਂ ਮਨ ਟਿਕ ਜਾਂਦਾ ਫਿਰ ਸੁਣਨ ਦੀ ਅਵਸਥਾ ਹੁੰਦੀ ਹੈ। ਅਤੇ ਸੁਣਨ ਦੀ ਅਵਸਥਾ ਦੇ ਵਿੱਚ ਤਾਂ ਆਨੰਦ ਹੀ ਇੰਨਾ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਤੇ ਹੁਣ ਜੇ ਅੰਦਰ ਖੋਜਿਆ ਨਹੀਂ, ਅੰਦਰ ਖੋਜੇ ਤਤ ਲਹੇ ਪਾਵੇ ਮੋਖ ਦੁਆਰ, ਤੇ ਫਿਰ ਇਹ ਜ਼ਿੰਦਗੀ ਦਾ ਆਪਾਂ ਨੂੰ ਫਾਇਦਾ ਤਾਂ ਕੋਈ ਹੋਇਆ ਨਾ ਮਿਲੀ ਦਾ। ਇਹ ਫਿਰ ਜੂਏ ਵਾਂਗੂ ਹਾਰ ਗਏ, ਬਾਜੀ ਹਾਰ ਗਏ। ਠੀਕ ਹੈ ਨਾ। ਐਸਾ ਜਗ ਦੇਖਿਆ ਜਵਾਰੀ, ਸਭ ਸੁੱਖ ਮੰਗੇ ਨਾਮ ਵਿਸਾਰੀ। ਇਹ ਕਿੱਡੀ ਵੱਡੀ ਗੱਲ ਹੈ। ਕਹਿੰਦੇ ਵੀ ਐਡਾ ਜੂਏਬਾਜ਼ ਹੈ ਦੁਨੀਆ, ਐਸ ਸਰੀਰ ਦੇ ਸਾਰੇ ਸੁੱਖ ਮੰਗਦਾ ਹੈ, ਨਾਮ ਵਿਸਾਰ ਕੇ ਬੈਠਾ ਹੈ। ਰੋਗੀ ਹੋ ਜਾਂਦੇ ਆ, ਦਵਾਈਆਂ ਤੇ ਲੱਗ ਜਾਂਦੇ, ਪਰ ਮਾਲਕ ਨੂੰ ਨਹੀਂ ਚੇਤੇ ਕਰਦੇ, ਜਿਹਦਾ ਕਰਕੇ ਪਹਿਲਾਂ ਮਨ ਰੋਗੀ ਹੋਇਆ ਤੇ ਮਨ ਤੋਂ ਫਿਰ ਸਾਡਾ ਤਨ ਰੋਗੀ ਹੋ ਗਿਆ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਤੇ ਉਹਦਾ ਵੈਦ ਕੋਲ ਵੀ ਤੁਹਾਨੂੰ ਪਤਾ ਇਲਾਜ ਹੈ ਨਹੀਂ। ਜਿਹੜਾ ਰੋਗ ਉਸ ਮਾਲਕ ਨੇ ਸਾਨੂੰ, ਉਸ ਮਾਲਕ ਨੇ ਵਿਸਾਰਨ ਤੇ ਲਾ ਦਿੱਤਾ। ਕਈ ਕਹਿੰਦੇ ਨੇ ਕਿ ਰੱਬ ਨੂੰ ਕੀ ਸਾਡੀ ਲੋੜ ਹੈ। ਜਿਵੇਂ ਆਪਣਾ ਬੱਚਾ ਹੁੰਦਾ ਨਾ ਗੁਰਮੁਖੋ, ਜੇ ਬੱਚਾ ਨਾ ਸਾਡੇ ਆਖੇ 'ਚ ਰਵੇ, ਇਹ ਸਾਡੇ ਪੁੱਠੇ ਸਿੱਧੇ ਕੰਮ ਕਰੇ, ਤੇ ਫਿਰ ਉਦੋਂ ਆਪਣੀ ਕੀ ਹਾਲਤ ਹੁੰਦੀ ਹੈ। ਇਸੇ ਤਰ੍ਹਾਂ ਮਾਲਕ ਵੀ ਸਾਡਾ ਵਹਿੰਦਾ ਕਿ ਜੇ ਅਸੀਂ ਉਸ ਦੇ ਹੁਕਮ 'ਚ ਹੀ ਨਹੀਂ ਰਹੇ, ਮਾੜੇ ਚੰਗੇ ਕੰਮ ਕੀਤੇ ਆ, ਉਹਨੂੰ ਮੁੜ ਕੇ ਮਿਲਣ ਦੀ ਨਹੀਂ ਕੋਸ਼ਿਸ਼ ਕੀਤੀ, ਤਾਂ ਉਹ ਇਸੇ ਕਰਕੇ ਉਹ ਦੁਖੀ ਹੁੰਦਾ। ਸਾਡਾ ਮਾਂ ਪਿਓ ਮਾਲਕ ਹੈ। ਜਿਵੇਂ ਇੱਥੇ ਮਾਂ ਪਿਓ ਦੁਖੀ ਹੁੰਦੇ ਨਾ, ਸਾਡਾ ਬੱਚਾ ਪੁੱਠੇ ਕੰਮਾਂ 'ਚ ਪੈ ਗਿਆ, ਘਰ ਨਹੀਂ ਆਉਂਦਾ। ਠੀਕ ਹੈ ਨਾ। ਇਹ ਬਾਹਰ ਯਾਰਾਂ ਦੋਸਤਾਂ ਨਾਲ ਪਿਆਰ ਕਰਦਾ ਹੈ। ਇਸੇ ਤਰ੍ਹਾਂ ਸਾਡਾ ਪ੍ਰਮਾਤਮਾ ਪਿਓ ਵੀ ਦੁਖੀ ਹੁੰਦਾ ਹੈ ਕਿ ਇਹਨੇ ਜਾ ਕੇ ਦੁਨੀਆ 'ਚ ਪਿਆਰ ਪਾ ਲਿਆ, ਪੰਜਾਂ ਦੂਤਾਂ ਨਾਲ ਪਿਆਰ ਪਾ ਲਿਆ, ਇਹ ਘਰ ਨਹੀਂ ਆਉਂਦਾ। ਉਹ ਆਵਾਜ਼ਾਂ ਮਾਰਦਾ ਹੈ, ਪ੍ਰਮਾਤਮਾ ਆਵਾਜ਼ਾਂ ਮਾਰਦਾ ਹੈ, ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਉਹ ਆਵਾਜ਼ਾਂ ਮਾਰਦਾ ਮਾਲਕ। ਤੇ ਉਹ ਗੁਰਮੁਖੋ ਇੰਨੀਆਂ ਕਾਜ ਦੀਆਂ ਵਿਚਾਰਾਂ ਨੇ, ਇੰਨੀਆਂ ਕਾਜ ਦੀਆਂ ਵਿਚਾਰਾਂ ਨੇ। ਇਹ ਕੋਈ ਕਾਲ ਕਰ ਰਿਹਾ, ਮੈਨੂੰ ਬੰਦ ਵੀ ਕਰਨਾ ਪੈਣਾ ਬਾਰ-ਬਾਰ। ਤੇ ਅਗਲੇ ਹਫ਼ਤੇ ਆਪਾਂ ਫਿਰ ਜਾਣਾ ਹੈ ਹਵਾਈ, ਤੇ ਅਰਦਾਸ ਕਰਿਓ ਆਪਾਂ ਉੱਥੋਂ ਵੀ ਲਾਈਵ ਹੋਈਏ, ਇੱਥੋਂ ਕੈਲੀਫੋਰਨੀਆ ਦੇ ਟਾਈਮ ਨਾਲ ਹੀ। ਆਓ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।